ਸਤਿ ਸ਼੍ਰੀ ਅਕਾਲ। ਮੈਂ ਹੰਸਪਾਲ ਜਾਲੀ ਦੀ ਹਮੇਸ਼ਾ ਦੀ ਤਰ੍ਹਾਂ ਐਵਰੀ ਟਿਊਜ਼ਡੇ 11 ਤੋਂ 12 ਡਾਕਟਰ ਰਾਜ ਬੈਂਸ ਦੇ ਨਾਲ ਆਪਣਾ ਪ੍ਰੋਗਰਾਮ ਹੁੰਦਾ ਹੋਮਿਓਪੈਥ। ਬੜਾ ਪਪੂਲਰ, ਬੜਾ ਫੇਮਸ, ਬੜੇ ਲੋਕ ਵੇਟ ਕਰਦੇ ਨੇ। ਲਾਸਟ ਵੀਕ ਵੀ ਅਸੀਂ ਵੀਡੀਓ ਕਾਲ ਦੇ ਥਰੂ ਕੀਤਾ ਸੀਗਾ ਬਿਕੋਜ਼ ਲੋਕਡਾਊਨ ਕਰਕੇ ਥੋੜੀ ਪ੍ਰੋਬਲਮ ਹੈਗੀ ਟਰੈਵਲਿੰਗ ਐਂਡ ਦਾ ਵੈਦਰ ਇਜ਼ ਨਾਟ ਆਲ ਦੈਟ ਬੈਸਟ, ਸਪੈਸ਼ਲੀ ਡਾਕਟਰ ਬੈਂਸ ਬੜੀ ਦੂਰੋਂ ਆਉਂਦੇ ਨੇ। ਸੋ ਟੈਕਨੋਲੋਜੀ ਦੇ ਨਾਲ ਐਟਲੀਸਟ ਅਸੀਂ ਉਹਨਾਂ ਦਾ ਰਿਪੀਟ ਨਹੀਂ ਕਰਦੇ ਸ਼ੋਅ, ਅੱਜ ਲਾਈਵ ਕਰ ਰਿਹਾ ਫਰੋਮ ਹਿਜ਼ ਹੋਮ। तो मैं शो स्टार्ट करने तो पहला आई थिंक सब तो बेस्ट है मैं डॉक्टर का स्वागत करके फिर अगे अपनी शो बारे गल करांगे। डॉक्टर साहब जी वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। डॉक्टर जी थैंक यू सो मच। एटलीस्ट चलो जिद्दां असीं लास्ट टाइम भी गल कीती सी टैक्नोलॉजी नाल एवरी टाइम असीं नवां शो लैके आने ते लोग बहुत एप्रीशिएट कर रहे हैं। हाँ जी, पूरी कोशिश है आप आपां संपर्क रखिए हर एक दर्शकों के नाल ते जानकारी कुछ ना कुछ होर देई जाइए। पर बड़ी फनी गल है, लोग खुश क्यों होंगे कि एवरी टाइम नवा शो लैके आने ने और कई लोग कहते जी असीं मिस कर दिता तुसीं रिपीट लगा दवो। हाँ जी, बहुत अच्छा रिस्पॉन्स आ रहा दर्शकों तो। हाँ जी ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਫੋਨ ਕਰਕੇ ਦੱਸਦੇ ਆ ਕਿ ਅਸੀਂ ਤੁਹਾਡਾ ਪ੍ਰੋਗਰਾਮ ਬਹੁਤ ਪਸੰਦ ਕਰਦੇ ਹਾਂ। बिल्कुल नाइस डॉक्टर साहब, बड़ा इन्फॉर्मेटिव, बड़ा एजुकेशनल होंगे। मैं अपने सवाल पहला पूछांगा थोनू बिफोर असी तुसी किहदे बारे टॉक करना अज। मैं पहले सारे रिपीट करदा डेफिनेटली अबाउट द टैलीफोन नंबर बिकॉज लोग हाले कई समझ नहीं रहे कि पता नहीं की गल हैगी है। सिंपलेस्ट वे एवरी मंडे वैनसडे फ्राइडे जो भी तुसी कॉल जिदा अज शो हैगा तुसी शो च कॉल करना है, जो तुसी साडे हैड ऑफिसर नूं कॉल करनगे ਉਹ ਤੁਹਾਨੂੰ नंबर देणगे डॉक्टर ਦਾ पर्सनल नंबर जो कि अकाल चैनल के व्यूअर्स ਨੂੰ ਐਲੋਕੇਟ ਕੀਤਾ ਗਿਆ। ਉਹ ਨੰਬਰ ਤੁਸੀਂ ਡਾਕਟਰ ਜੀ ਨੂੰ ਕਾਲ ਕਰਨਾ, ਡਾਕਟਰ ਜੀ ਨੇ ਤੁਹਾਨੂੰ ਨਹੀਂ ਕਰਨਾ। ਯੂ ਹੈਵ ਟੂ ਕਾਲ ਡਾਕਟਰ ਬੈਂਸ ਮੰਡੇ ਵੈਨਸਡੇ ਐਂਡ ਫਰਾਈਡੇ ਬਿਟਵੀਨ 10 ਐਂਡ 11, ਨਾ ਤੇ 2-3 ਮਿੰਟ ਪਹਿਲਾਂ ਤੇ ਨਾ ਤੇ 2-3 ਮਿੰਟ ਬਾਅਦ। ਓਨਲੀ 10 to 11 ਲਾਈਨ ਓਪਨ ਹੋਏਗੀ, ਉਸ ਤੋਂ ਬਾਅਦ ਬੰਦ ਹੋ ਜਾਂਦੀ ਹੈ। ਸੋ ਪਲੀਜ਼ ਮੇਕ ਸ਼ੋਰ ਮੇਕ ਯੂਜ਼ ਆਫ ਦਿਸ 3 ਡੇਜ਼ ਬਿਟਵੀਨ 10 ਐਂਡ 11 ਮੰਡੇ ਵੈਨਸਡੇ ਫਰਾਈਡੇ। ਜਿਹੜਾ ਤੁਹਾਨੂੰ ਨੰਬਰ ਦਿੱਤਾ ਜਾਏਗਾ ਉਹਦੇ ਨੰਬਰ ਤੇ ਤੁਸੀਂ ਕਾਲ ਕਰਨਾ ਹੈ। जी डॉक्टर साहब थैंक यू। आई थिंक वी आर मेकिंग इट मच ईजियर, लोगों लिए समझ पै रही है। डॉक्टर साहब मैं थोड़ा एक पहला सवाल पूछ सकता थोड़ा जिहा। डॉक्टर साहब किसी बंदे का फोन आया सीगा कि उन्होंने ना एंकल दे विच बड़ी जबरदस्त पेन हैगी है एंड ਉਹਦੀ पेन ਜਿਹੜੀ जास्ती एंकल ते है लेकिन वो नी तक जा रही है, इज ट्रैवलिंग अप टू द नी। MRI एक्सरे वगैरह कीते ने, बहुत ही समझ नहीं पैती। He's been put on the strong painkillers and he's working with the clutches at the moment and he's very much in severe pain. ਉਹਦੇ ਬਾਰੇ ਕੀ ਤੁਸੀਂ ਕਹਿੰਦੇ ਹੋ? ਹਾਂਜੀ ਭਾਜੀ, ਸੋ ਜੇ ਤਾਂ ਉਹਦੇ ਐਕਸਰੇ ਵਗੈਰਾ ਵਿੱਚ ਟੈਸਟ ਵਿੱਚ ਕੁਝ ਨਹੀਂ ਆ ਰਿਹਾ ਤੇ ਇਹਦਾ ਮਤਲਬ ਇਹ ਹੋ ਸਕਦਾ ਕਿ ਉਹਨਾਂ ਦੀ ਕੋਈ ਨਰਵ ਡੈਮੇਜ ਹੋਈ ਹੈ ਜੀ। ਤੇ ਜਦੋਂ ਨਰਵ ਡੈਮੇਜ ਹੋ ਜਾਂਦੀ ਆ ਫਿਰ ਬਹੁਤ ਸਵੇਰ ਪੇਨ ਹੁੰਦਾ ਆ, ਕਿਉਂਕਿ ਨਰਵ ਜਿਹੜੀ ਆ ਤੁਹਾਡੇ ਨਰਵਸ ਸਿਸਟਮ ਦਾ ਕਨੈਕਸ਼ਨ ਆ ਤੇ ਇਲੈਕਟ੍ਰੀਕਲ ਇੰਪਲਸ ਉਹਦੇ ਵਿੱਚ ਹੀ ਜਾਂਦੇ ਆ ਤੇ ਜਦੋਂ ਡੈਮੇਜ ਹੋ ਜਾਂਦੀ ਫਿਰ ਪੇਨ ਕੁਝ ਜ਼ਬਰਦਸਤ ਹੁੰਦਾ ਹੈ। ਤੇ ਕਈ ਵਾਰੀ ਏਦਾਂ ਕੇਸ ਆਉਂਦੇ ਭਾਜੀ ਜਿੱਥੇ ਸਾਰੇ ਇਨਵੈਸਟੀਗੇਸ਼ਨ ਹੋ ਚੁੱਕੇ ਹੁੰਦੇ ਆ ਪਰ ਕੋਈ ਵਜ੍ਹਾ ਲੱਭਦੀ ਨਹੀਂ ਪ੍ਰੋਬਲਮ ਦੀ, ਤੇ ਇੱਥੇ ਫਿਰ ਵੀ ਹੋਮਿਓਪੈਥਿਕ ਦਵਾਈ ਫਿਰ ਵੀ ਕੰਮ ਕਰ ਜਾਂਦੀ ਹੈ। ਤੇ ਜਿੱਦਾਂ ਤੁਸੀਂ ਕਹਿੰਦੇ ਵੀ ਪੇਨ ਗਿੱਟੇ ਤੋਂ ਤਹਾਂ ਨੂੰ ਜਾ ਰਿਹਾ ਤੇ ਇਹ ਸਪੈਸੀਫਿਕ ਦਵਾਈਆਂ ਸਾਡੇ ਕੋਲ ਹੈਗੀਆਂ ਜਿਨ੍ਹਾਂ ਦਾ ਡਾਇਰੈਕਸ਼ਨ ਹੈਗਾ ਪੇਨ। ਹਾਂਜੀ, ਕਈ ਦਵਾਈਆਂ 'ਚ ਹੈਗਾ ਸੈਂਟਰ ਕਵਰ ਕੀਤਾ ਜਿਹੜਾ ਪੇਨ ਉੱਤੇ ਨੂੰ ਜਾਂਦਾ ਆ, ਕਈ ਦਵਾਈਆਂ ਹੈਗੀਆਂ ਪੇਨ ਜਿਹੜਾ ਥੱਲੇ ਨੂੰ ਜਾਂਦਾ, ਜਾਂ ਪੇਨ ਲੈਫਟ ਸਾਈਡ ਤੋਂ ਰਾਈਟ ਸਾਈਡ ਨੂੰ ਜਾਂਦਾ, ਜਾਂ ਰਾਈਟ ਸਾਈਡ ਤੋਂ ਲੈਫਟ ਨੂੰ ਜਾਂਦਾ। ਸੋ ਇੱਦਾਂ ਦੀਆਂ ਦਵਾਈਆਂ ਅਸੀਂ ਯੂਜ਼ ਕਰ ਸਕਦੇ ਹਾਂ ਤੇ ਉਹਨਾਂ ਨੂੰ ਰਿਲੀਫ ਦੇ ਸਕਦੇ ਹਾਂ। ਡਾਕਟਰ ਸਾਹਿਬ ਇਹਨੂੰ ਹਸਪੀਟਲ ਨੇ ਵੀ ਕਿਹਾ ਉਹਨਾਂ ਨੇ, ਜਿੱਦਾਂ ਤੁਸੀਂ ਕਿਹਾ ਕਿ ਸ਼ਾਇਦ ਕੋਈ ਨਰਵ ਡੈਮੇਜ ਹੋਈ ਹੈ, ਟਰੈਪ ਹੋਈ ਹੈ ਵਾਟਐਵਰ, ਐਂਡ ਨਾ ਥੋੜਾ ਜਿਹਾ ਡਾਊਟ ਹੈਗਾ ਕਿ ਆਰਥਰਾਈਟਿਸ ਵੀ ਹੋ ਸਕਦੀ ਹੈ ਉਹਨਾਂ ਨੂੰ। ਆਰਥਰਾਈਟਿਸ ਵੀ ਹੋ ਸਕਦੀ ਹੈ ਪਰ ਉਹ ਤੇ ਐਕਸਰੇ ਦੇ ਵਿੱਚ ਆ ਜਾਣਾ ਸੀ, ਜੇ ਜੁਆਇੰਟ ਦੇ ਵਿੱਚ ਹੁੰਦਾ ਨਾ ਐਕਸਰੇ ਦੇ ਤੇ ਪਤਾ ਲੱਗ ਜਾਂਦਾ ਵੀ ਉੱਥੇ ਡੈਮੇਜ ਹੋਈ ਹੈ ਜੁਆਇੰਟ ਜਿਹੜਾ। ਥੈਂਕ ਯੂ ਡਾਕਟਰ ਸਾਹਿਬ। ਮੈਂ ਉਮੀਦ ਰੱਖਦਾ ਜਿਨ੍ਹਾਂ ਦਾ ਤੁਹਾਡਾ ਕੁਐਸਚਨ ਸੀਗਾ ਮੈਂ ਪੁੱਛਿਆ ਤੁਹਾਡੇ ਔਨ ਯੋਰ ਬਿਹਾਫ ਐਂਡ ਆਈ ਥਿੰਕ ਡਾਕਟਰ ਜੀ ਹੈਜ਼ ਗਿਵਨ ਅ ਵੈਰੀ ਪੋਜ਼ੀਟਿਵ ਆਨਸਰ। ਤੁਸੀਂ ਉਹਨਾਂ ਨੂੰ ਜਿੱਦਾਂ ਮੈਂ ਕਿਹਾ ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 and 11 ਕਾਲ ਕਰਕੇ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਬਿਕੋਜ਼ ਮੇ ਬੀ ਡਾਕਟਰ ਜੀ ਓਬਵੀਅਸਲੀ ਨੀਡ ਟੂ ਨੋ ਸਮ ਮੋਰ ਕੁਐਸਚਨਸ ਬਿਫੋਰ ਉਹ ਡਾਇਗਨੋਸ ਕਰਕੇ ਤੁਹਾਨੂੰ ਪ੍ਰਸਕ੍ਰਾਈਬ ਕਰਨ ਵਾਟ ਐਵਰ ਸਪਲੀਮੈਂਟ ਦੇ ਵਾਂਟ ਟੂ ਗਿਵ ਇਟ ਯੂ। ਜੀ ਡਾਕਟਰ ਸਾਹਿਬ ਅੱਜ ਕਾਹਦੇ ਬਾਰੇ ਗੱਲ ਕਰ ਰਹੇ ਅੱਜ? ਹਾਂਜੀ ਭਾਜੀ, ਅੱਜ ਆਪਾਂ ਬ੍ਰੇਨ ਦੀਆਂ ਬਿਮਾਰੀਆਂ ਬਾਰੇ ਕਰਨੀ ਹੈ, ਖਾਸ ਕਰਕੇ ਐਲਜ਼ਾਈਮਰਸ ਤੇ ਡਿਮੈਂਸ਼ੀਆ।
ਹਾਂਜੀ, ਤੇ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਹਾਂ ਵੀ ਪਿਛਲੀ ਵਾਰੀ ਆਪਾਂ ਕਰੋਨਾ ਬਾਰੇ ਕਾਫੀ ਗੱਲਾਂ ਕੀਤੀਆਂ ਸੀ ਤੇ ਕੁਝ ਦਰਸ਼ਕਾਂ ਨੂੰ ਇਹ ਲੱਗਿਆ ਵੀ ਮੈਂ ਕਿਹਾ ਵੀ ਤੁਸੀਂ ਜਿਹੜਾ ਨਵਾਂ ਟੀਕਾ ਨਿਕਲਿਆ ਕਰੋਨਾ ਦਾ ਵੀ ਮੈਂ ਕਹਿੰਦਾ ਵੀ ਤੁਸੀਂ ਨਾ ਲਵਾਇਓ। ਤੇ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਮੈਂ ਏਦਾਂ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਉਹ ਟੀਕਾ ਨਹੀਂ ਲਵਾਉਣਾ। ਮੈਂ ਸਿਰਫ ਇਹੀ ਕਿਹਾ ਸੀ ਵੀ ਤੁਸੀਂ ਆਪ ਖੁਦ ਫੈਸਲਾ ਕਰਨਾ ਹੈਗਾ ਆ, ਸੋਚ ਸਮਝ ਕੇ ਵੀ ਤੁਹਾਨੂੰ ਟੀਕਾ ਲਵਾਉਣ ਦਾ ਕੋਈ ਬੈਨੀਫਿਟ ਆ ਜਾਂ ਕੋਈ ਖਤਰਾ ਹੈ। ਸੋ ਉਹ ਚੋਇਸ ਤੁਹਾਡਾ ਆਪਣਾ ਆ ਤੇ ਤੁਸੀਂ ਆਪਣਾ ਡਿਸੀਜਨ ਬਣਾਉਣਾ ਆ। ਤੇ ਮੈਂ ਏਦਾਂ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਨਾ ਲਵਾਓ ਜਾਂ ਲਵਾਓ, ਇਹ ਤੁਹਾਡੀ ਬਿਲਕੁਲ ਤੁਹਾਡੀ ਮਰਜ਼ੀ ਆ। ਹਾਂਜੀ, ਡਾਕਟਰ ਸਾਹਿਬ ਸੋ ਮੈਨੂੰ ਬਹੁਤ ਬਹੁਤ ਅੱਛਾ ਲੱਗਿਆ ਕਿ ਤੁਸੀਂ ਗੱਲ ਇਹ ਕਲੀਅਰ ਕੀਤੀ ਹੈ। ਮੈਂ ਥੋੜਾ ਬਹੁਤਾ ਇਹਦੇ ਬਾਰੇ ਸੋਚ ਰਿਹਾ ਸੀਗਾ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਹਦੇ ਬਾਰੇ ਗੱਲ ਕਰੋਗੇ। ਬਹੁਤ ਖੁਸ਼ ਹੈਗਾ ਕਿ ਤੁਸੀਂ ਗੱਲ ਕੀਤੀ। ਪਹਿਲੀ ਗੱਲ ਤੇ ਜਦੋਂ ਕੋਈ ਵੀ ਬੰਦਾ ਆਣ ਕੇ ਕੋਈ ਐਡਵਾਈਸ ਜਾਂ ਅਵੇਅਰਨੈਸ ਟੀਵੀ ਦੇ ਉੱਪਰ ਲੈ ਕੇ ਆਉਂਦਾ ਹੈ, ਦੇ ਆਰ ਮੋਰ ਪ੍ਰੋਫੈਸ਼ਨਲ ਐਂਡ ਵੀ ਦ ਗਵਰਨਿੰਗ ਬੋਡੀ ਹੋ ਜੋ ਚੈਨਲ ਨੂੰ ਵਾਚ ਕਰਦੀ ਹੈ। ਵਾਚ ਕਹਿਣ ਦਾ ਮੇਰਾ ਮਤਲਬ ਜੋ ਅਸੀਂ ਲਫ਼ਜ਼ ਕਹਿੰਦੇ ਹਾਂ ਉਹ ਤੋਲ ਕੇ ਕਹਿਣੇ ਪੈਂਦੇ ਨੇ, ਪੁੰਡ ਕੇ ਕਹਿਣੇ ਪੈਂਦੇ ਨੇ। ਉਹਦਾ ਮਤਲਬ ਸਹੀ ਨਿਕਲਣਾ ਚਾਹੀਦਾ। ਅਦਰਵਾਈਜ਼ ਆ ਲੋਟ ਆਫ ਪੀਪਲ ਵਾਚਿੰਗ ਜੋ ਕਿ ਚੈਨਲ ਦੇ ਅਗੇਂਸਟ ਜਾ ਸਕਦੇ ਨੇ। ਅਗਰ ਚੈਨਲ ਨਹੀਂ ਕਰੇਗੇ ਦੇ ਕੰਪੈਟੀਟਰਸ, ਉਹ ਜਾ ਕੇ ਕੰਪਲੇਨ ਕਰ ਸਕਦੇ ਨੇ ਕਿ ਅਕਾਲ ਚੈਨਲ ਦਾ ਕਰਦੀ ਹੈ। ਜਦੋਂ ਵੀ ਅਸੀਂ ਅਕਾਲ ਚੈਨਲ 'ਤੇ ਕਿਸੇ ਤਰ੍ਹਾਂ ਦਾ ਐਜੂਕੇਸ਼ਨਲ ਇਨਫੋਰਮੇਟਿਵ ਸ਼ੋਅ ਕਰਦੇ ਹਾਂ, ਇਹ ਸਿਰਫ ਅਵੇਅਰਨੈਸ ਐਡਵਾਈਸ ਹੁੰਦੀ ਹੈ। ਉਹ ਇੱਕ ਟੌਪਿਕ, ਇੱਕ ਡਿਸਕਸ਼ਨ ਹੁੰਦੀ ਹੈ। ਕੋਈ ਪ੍ਰੈਜ਼ੈਂਟਰ ਜਾਂ ਕੋਈ ਮੇਰਾ ਗੈਸਟ ਕਦੀ ਤੁਹਾਨੂੰ ਨਹੀਂ ਕਹੇਗਾ ਕਿ ਹਾਂ ਤੁਸੀਂ ਕਰੋ ਜਾਂ ਨਾ ਕਰੋ। ਵੀ ਵਿਲ ਨਾਟ ਟੇਕ ਸਾਈਡਸ, ਬਟ ਐਡਵਾਈਸ ਹੈਗੀ ਹੈ। ਐਂਡ ਆਫ ਦਾ ਡੇ ਤੁਸੀਂ ਆਪਣੀ ਗਵਰਨਮੈਂਟ ਦੀ ਗਾਈਡਲਾਈਨ ਫੋਲੋ ਕਰਨੀ ਹੈ। ਤੁਹਾਡੇ ਪ੍ਰੋਫੈਸ਼ਨਲ ਮੈਡੀਕਲ ਹੈਲਥ ਆਫਿਸਰਸ ਹੈਗੇ, ਤੁਸੀਂ ਉਹਨਾਂ ਨੂੰ ਪੁੱਛੋ ਕੀ ਕਰਨਾ ਹੈਗਾ। ਲੇਕਿਨ ਇੱਕ ਮੈਂ ਜ਼ਰੂਰ ਕਹਾਂਗਾ ਕਿ ਪਲੀਜ਼ ਮੈਂ ਬਾਰ-ਬਾਰ ਇਹ ਗੱਲ ਕਹਾਂਗਾ ਕਿ ਜਿਹੜੇ ਵਟਸਐਪ ਦੇ ਡਾਕਟਰ ਨੇ ਨਾ, ਜਿਹੜੇ ਕਿ ਵਟਸਐਪ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ, ਨਾ ਤੇ ਲਫ਼ਜ਼ਾਂ ਦੀ ਤੇ ਨਾ ਉਹ ਕੀ ਕਹਿੰਦੇ ਨੇ, ਉਹਨਾਂ ਨੂੰ ਕੋਈ ਪਕੜ ਨਹੀਂ ਸਕਦਾ। ਅਸੀਂ ਉਹਨਾਂ 'ਤੇ ਬਹੁਤ ਧਿਆਨ ਦਿੰਦੇ ਹਾਂ। ਉਹ ਬਹੁਤ ਨੈਗੇਟਿਵ ਕਲਿੱਪ ਹੁੰਦੇ ਨੇ, ਉਹਦੇ ਕਰਕੇ ਤੁਸੀਂ ਕਨਫਿਊਜ਼ ਹੁੰਦੇ ਆ। ਅਸੀਂ ਫਿਰ ਤੁਹਾਨੂੰ ਬਾਰ-ਬਾਰ ਕਹਾਂਗੇ ਜੋ ਤੁਹਾਨੂੰ ਐਡਵਾਈਸ ਦਿੱਤੀ ਜਾਂਦੀ ਹੈ, ਅਵੇਅਰਨੈਸ ਕੀਤਾ ਜਾਂਦਾ। ਐਂਡ ਆਫ ਦਾ ਡੇ ਯੂ ਨੀਡ ਟੂ ਡਿਸਾਈਡ ਕਿ ਤੁਸੀਂ ਕੀ ਕਰਨਾ ਹੈਗਾ। ਮਾਈਨਸ ਕਿੰਨੇ ਨੇ ਤੇ ਪਲੱਸ ਕਿੰਨੇ ਨੇ, ਉਹਦੇ ਮੁਤਾਬਿਕ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਕੋਈ ਦਵਾ ਖਾਣਾ ਉਹਦਾ ਨੁਕਸਾਨ ਕੀ ਹੈ ਔਰ ਉਹਦਾ ਫਾਇਦਾ ਕੀ ਹੈ। ਥੈਂਕ ਯੂ ਡਾਕਟਰ ਜੀ, ਥੈਂਕ ਯੂ ਸੋ ਮਚ। ਹਾਂਜੀ, ਥੈਂਕ ਯੂ ਜੀ। ਨਹੀਂ, ਬਹੁਤ ਅੱਛਾ ਸੋ ਲੱਗਾ ਤੁਸੀਂ ਕਲੀਅਰ ਕੀਤਾ। ਬਿਕੋਜ਼ ਜਦੋਂ ਹਾਂਜੀ ਟੀਵੀ ਤੇ ਆਉਂਦਾ ਡਾਕਟਰ ਸਾਹਿਬ, ਡਾਕਟਰ ਰਾਜ ਬੇਂਸ ਆਏ ਨੇ, ਹੀ ਇਜ਼ ਫੁੱਲੀ ਰਿਸਪੌਂਸਿਬਲ ਬਿਕੋਜ਼ ਹੀ ਇਜ਼ ਪ੍ਰੈਜ਼ੈਂਟਿੰਗ ਹਿਜ਼ ਪ੍ਰੋਫੈਸ਼ਨ ਐਂਡ ਹੀ ਇਜ਼ ਰਿਪਰੈਜ਼ੈਂਟਿੰਗ ਦੀ ਚੈਨਲ ਐਜ਼ ਵੈਲ। ਸੋ ਉਹਦੇ ਚੈਨਲ ਦੀ ਵੀ ਰਿਸਪੌਂਸਿਬਿਲਿਟੀ ਹੁੰਦੀ ਹੈ। ਅਸੀਂ ਜੋ ਲਫ਼ਜ਼ ਹੈਗੇ ਬੜੇ ਤੋਲ ਕੇ, ਬੜੇ ਸਮਝ ਕੇ ਅੱਗੇ ਤੱਕ ਤੁਹਾਡੇ ਤੱਕ ਪਹੁੰਚਾਣੇ ਹੁੰਦੇ, ਲੇਕਿਨ ਫਿਰ ਵੀ ਕਈ ਦਫਾ ਲੋਕ ਮਿਸਅੰਡਰਸਟੈਂਡ ਕਰ ਜਾਂਦੇ ਨੇ ਜੀ। ਜੀ ਹਾਂਜੀ, ਡਾਕਟਰ ਠੀਕ ਹੈ ਸਾਹਿਬ, ਭਾਜੀ। ਥੈਂਕ ਹਾਂਜੀ, ਯੂ ਸੋ ਸਰ। ਆਪਾਂ ਡਿਮੈਂਸ਼ੀਆ ਤੇ ਆ ਜਾਈਏ। ਸੋ ਜਿਹੜਾ ਡਿਮੈਂਸ਼ੀਆ ਆ, ਇਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਬ੍ਰੇਨ ਦੇ ਸੈੱਲ ਆ ਉਹ ਹੌਲੀ ਹੌਲੀ ਮਰਨ ਲੱਗ ਪੈਂਦੇ ਆ। ਤੇ ਜਿੱਦਾਂ ਉਹ ਡੈਮੇਜ ਹੋਈ ਜਾਂਦੇ ਆ ਬ੍ਰੇਨ ਦੇ ਸੈੱਲ, ਤੇ ਉਦਾਂ ਹੀ ਫਿਰ ਯਾਦਾਸ਼ਤ ਖਰਾਬ ਹੋਣ ਲੱਗ ਪੈਂਦੀ ਆ। ਪਰ ਡਾਕਟਰ ਜੀ ਕੀ ਕਾਰਨ ਹੁੰਦਾ ਦਾ ਕਿ ਉਹ ਡੈਡ ਕਿਉਂ ਹੁੰਦੇ ਨੇ? ਹਾਂਜੀ, ਉਹ ਤਾਂ ਕਾਰਨ ਕਈ ਹੈਗੇ ਆ ਭਾਜੀ। ਤੇ ਕਾਰਨ ਇਹ ਐਗਜ਼ੈਕਟਲੀ ਕਿਸੇ ਨੂੰ ਹਾਲੇ ਪਤਾ ਨਹੀਂਗਾ, ਪਰ ਕੁਛ ਥਿਊਰੀਆਂ ਹੈਗੀਆਂ ਜਿਹੜੀਆਂ ਸਾਡੇ ਕੋਲ ਆਈਆਂ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਇਹ ਕਾਫੀ ਕਰੈਕਟ ਹੈਗੀਆਂ, ਕਾਫੀ ਸਹੀ ਹੈਗੀਆਂ। ਤੇ ਇੱਕ ਥਿਊਰੀ ਹੈਗੀ ਆ ਵੀ ਤੇ ਜਿਹੜਾ ਬ੍ਰੇਨ ਆ ਉਹ ਆਪਣੀ ਇਨਸੂਲਿਨ ਆਪ ਬਣਾਉਂਦਾ ਜੀ। ਜਿੱਦਾਂ ਪੈਨਕ੍ਰੀਅਸ ਆ ਤੁਹਾਡੇ, ਉਹ ਬੋਡੀ ਦੀ ਇਨਸੂਲਿਨ ਬਣਾਉਂਦੀ ਆ। ਡਾਇਬੈਟਿਕਸ ਨੂੰ ਤੁਹਾਨੂੰ ਇਹ ਸਭ ਪਤਾ ਹੋਣਾ। ਇਸੇ ਤਰ੍ਹਾਂ ਹੁਣ ਇਹਨੂੰ ਉਹਨੂੰ ਟਾਈਪ 2 ਡਾਇਬੀਟਿਸ ਕਹਿੰਦੇ ਆ ਨਾ, ਬੋਡੀ ਵਿੱਚ ਇਹਦੀ ਹੋ ਜਾਂਦੀ ਹੈ ਡਾਇਬੀਟਿਸ। ਤੇ ਇਹ ਹੁਣ ਥਿਊਰੀ ਇੱਕ ਹੋਰ ਹੈਗੀ ਆ ਵੀ ਜਿਹੜਾ ਬ੍ਰੇਨ ਵਿੱਚ ਅਲਜ਼ਾਈਮਰ ਜਾਂ ਡਿਮੈਂਸ਼ੀਆ ਹੁੰਦਾ ਹੈ, ਇਹਨੂੰ ਟਾਈਪ 3 ਡਾਇਬੀਟਿਸ ਕਹਿ ਸਕਦੇ ਆਪਾਂ। ਕਿਉਂਕਿ ਜਿਹੜਾ ਬ੍ਰੇਨ ਆ ਉਹ ਆਪ ਖੁਦ ਆਪਣੀ ਇਨਸੂਲਿਨ ਬਣਾਉਂਦਾ ਬ੍ਰੇਨ ਵਾਸਤੇ। ਤੇ ਇਹ ਹੁਣ ਥਿਊਰੀ ਹੈਗੀ ਵੀ ਉਹ ਜਿਹੜਾ ਮੈਕੈਨਿਜ਼ਮ ਹੈ ਗਲਤ ਹੋ ਜਾਂਦਾ ਆ ਤੇ ਐਕਸੈਸ ਗਲੂਕੋਜ਼ ਪੈਦਾ ਹੋ ਜਾਂਦਾ ਬ੍ਰੇਨ ਦੇ ਵਿੱਚ, ਜਿਹੜਾ ਕੰਟਰੋਲ ਨਹੀਂ ਆਉਂਦਾ ਹੈਗਾ, ਜਾਂ ਫਿਰ ਇਨਸੂਲਿਨ ਰੈਜ਼ਿਸਟੈਂਸ ਹੋ ਜਾਂਦੀ ਹੈ। ਤੇ ਇਸ ਕਰਕੇ ਜਿਹੜੇ ਬ੍ਰੇਨ ਦੇ ਸੈੱਲ ਆ ਉਹ ਡੈਮੇਜ ਹੋਣ ਲੱਗ ਪੈਂਦੇ। ਡਾਕਟਰ ਸਾਹਿਬ ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਕਿਉਂਕਿ ਬੜੀ ਦਫਾ ਸੁਣਿਆ ਜਾਂਦਾ ਹੈ ਅਗਰ ਕਿਸੇ ਨੂੰ ਥੋੜੀ ਜਿਹੀ ਯਾਦਦਾਸ਼ਤ ਦੀ, ਭੁੱਲਣ ਦੀ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਵੀ ਉਹਲਸ ਪੁੱਟ ਇਟ ਡਾਊਨ ਕਿ ਇਹਦੇ ਬਾਪ ਨੂੰ ਵੀ ਸੀਗੀ। ਇਹ ਇਨਹੈਰਿਟ ਹੁੰਦਾ ਤੁਹਾਨੂੰ ਫੈਮਿਲੀ ਦੇ ਵਿੱਚੋਂ? ਡਜ਼ ਇਟ ਵਰਕ ਲਾਈਕ ਦੈਟ? ਹਾਂਜੀ, ਕਹਿੰਦੇ ਹੈ ਸਾਇੰਟਿਸਟ ਵੀ ਕੁਝ ਜੈਨੇਟਿਕ ਲਿੰਕ ਵੀ ਹੋ ਸਕਦਾ, ਪਰ ਉਹ 100% ਨਹੀਂ ਹੈਗਾ। ਕੁਝ ਥੋੜ੍ਹੇ ਜਿਹੇ ਪਰਸੈਂਟੇਜ ਹੋ ਸਕਦਾ ਹੈ ਵੀ ਜਿਨ੍ਹਾਂ ਦੇ ਫੈਮਿਲੀ ਵਿੱਚ ਹੈਗਾ ਉਹਨਾਂ ਦਾ ਰਿਸਕ ਵੱਧ ਜਾਂਦਾ ਹੈ।
ਤੇ ਬਾਕੀ ਇਹ ਹੈਗਾ ਥਿਊਰੀ ਵੀ ਐਂਜ਼ਾਈਮਸ ਦੀ ਘਾਟ ਹੋ ਸਕਦੀ ਆ। ਜਿੱਦਾਂ ਆਪਾਂ ਸਮਝਾਇਆ ਸੀ ਵੀ ਬੋਡੀ ਵਿੱਚ ਐਂਜ਼ਾਈਮਸ ਨਹੀਂ ਪੂਰੇ ਮਿਲਦੇ ਹੈਗੇ, ਤੇ ਆਪਾਂ ਹਾਰਟ ਤੇ ਜਦੋਂ ਕੀਤਾ ਸੀ ਪ੍ਰੋਗਰਾਮ ਤੇ ਸਮਝਾਇਆ ਸੀ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਆ ਉਹ ਡੈਮੇਜ ਹੋ ਜਾਂਦੀਆਂ ਕਿਉਂਕਿ ਐਂਜ਼ਾਈਮਸ ਦੀ ਘਾਟ ਹੁੰਦੀ ਆ। ਤੇ ਐਂਜ਼ਾਈਮਸ ਦੇ ਦੋ ਕੰਮ ਹੁੰਦੇ ਆ, ਤੇ ਇੱਕ ਹੁੰਦਾ ਹੈ ਵੀ ਜਿਹੜਾ ਕੋਈ ਡੈਮੇਜ ਹੋ ਗਿਆ ਉਹਨੂੰ ਰਿਪੇਅਰ ਕਰਨੀ, ਤੇ ਇੱਕ ਹੁੰਦਾ ਹੈ ਕਲੀਨ ਕਰਨਾ। ਹਾਂਜੀ, ਸੋ ਜਿਹੜਾ ਉੱਥੇ ਸੈੱਲ ਟੁੱਟ ਜਾਂਦੇ ਆ, ਛੋਟਾ ਛੋਟਾ ਉਹ ਡੈਬਰੀ ਬਣ ਜਾਂਦਾ ਆ, ਤੇ ਉਹਦੀ ਸਫਾਈ ਕਰਨੀ ਹੁੰਦੀ ਹੈ ਐਂਜ਼ਾਈਮਸ ਨੇ। ਤੇ ਹੁਣ ਸਾਡੇ ਕੋਲ ਏਦਾਂ ਦੇ ਪ੍ਰੋਡਕਟ ਆਏ ਆ, ਤੇ ਪਹਿਲਾਂ ਨਹੀਂ ਸੀਗੇ, ਉਹ ਸਿਰਫ ਬੋਡੀ ਤੇ ਕੰਮ ਕਰਦੇ ਸੀ ਐਂਜ਼ਾਈਮਸ। ਤੇ ਹੁਣ ਸਾਡੇ ਕੋਲ ਇਹ ਪ੍ਰੋਡਕਟ ਹੈਗੇ ਜਿਹੜੇ ਐਂਜ਼ਾਈਮਸ ਬ੍ਰੇਨ ਵਿੱਚ ਵੀ ਜਾਂਦੇ ਆ, ਤੇ ਇਹ ਕਿ ਜਦੋਂ ਬ੍ਰੇਨ ਦੇ ਸੈੱਲ ਹੌਲੀ ਹੌਲੀ ਮਰਦੇ ਆ ਟੁੱਟਦੇ ਆ, ਉਹਨਾਂ ਦੀ ਉਹ ਕਲੀਨ ਅਪ ਕਰ ਦਿੰਦੇ ਆ। ਸੋ ਇਹੀ ਸਾਇੰਸ ਦੱਸਦੀ ਆ ਵੀ ਜਿਹੜੀ ਐਲਜ਼ਾਈਮਰਸ ਡਿਜ਼ੀਜ਼ ਆ ਵੀ ਇਸੇ ਕਰਕੇ ਹੁੰਦੀ ਆ ਵੀ ਜਿਹੜੇ ਬ੍ਰੇਨ ਸੈੱਲ ਮਰ ਜਾਂਦੇ ਆ ਉਹਨਾਂ ਦੀ ਸਫਾਈ ਨਹੀਂ ਹੁੰਦੀ ਹੈਗੀ, ਤੇ ਜਦੋਂ ਉਹ ਸਫਾਈ ਨਹੀਂ ਹੁੰਦੀ ਹੈਗੀ ਉੱਥੇ ਪਲੈਕ ਬਣ ਜਾਂਦੇ, ਉਹਨੂੰ ਪਲੈਕ ਕਹਿੰਦੇ, ਜਿੱਥੇ ਜਮਾ ਹੋ ਜਾਂਦੇ ਆ ਉਹ ਬਿਟਸ ਐਂਡ ਪੀਸਿਸ, ਤੇ ਪਲੈਕਸ ਬਣ ਜਾਂਦੇ ਆ। ਤੇ ਫਿਰ ਅਨਯੂਜੂਅਲ ਪ੍ਰੋਟੀਨ, ਇੱਕ ਟਾਊ ਪ੍ਰੋਟੀਨ ਉਹਨੂੰ ਕਹਿੰਦੇ ਆ, ਤੇ ਉਹ ਕੰਟਰੋਲ ਨਹੀਂ ਹੁੰਦੀ ਹੈਗੀ, ਤੇ ਉਹ ਫਿਰ ਉੱਥੇ ਟੈਂਗਲਸ ਬਣ ਜਾਂਦੇ ਆ, ਗੁਲੰਜ ਬਣ ਜਾਂਦੇ ਆ, ਜਿਹੜੇ ਨਰਵ ਸੈਲਸ ਉਹਨਾਂ ਦੇ ਗੁਲੰਜਾਂ ਬਣ ਜਾਂਦੀਆਂ, ਤੇ ਉੱਥੋਂ ਬਸ ਇਹ ਡਾਇਗਨੋਸ ਹੁੰਦਾ ਕਿ ਇਹ ਅਲਜ਼ਾਈਮਰਸ ਡਿਜ਼ੀਜ਼ ਆ। ਡਾਕਟਰ ਸੋ ਸਾਹਿਬ ਜੇ ਇਹ ਜੇ ਕਈ, ਕਈ ਸੌਰੀ ਕੈਰੀ ਔਨ, ਹਾਂਜੀ ਕੀ ਕਹਿ ਰਹੇ ਸੀ ਤੁਸੀਂ? ਹਾਂਜੀ ਹਾਂਜੀ, ਨਹੀਂ ਤੁਸੀਂ ਪੁੱਛੋ ਕੁਐਸਚਨ। ਡਾਕਟਰ ਸਾਹਿਬ ਜਦੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਡਾਈਟ ਦੇ ਨਾਲ ਕੋਈ ਇਹਨੂੰ ਇਫੈਕਟ ਪੈਂਦਾ ਪਏਗਾ, ਲੇਕਿਨ ਜਿਹੜੇ ਲੋਕ ਅਲਕੋਹਲ ਵਗੈਰਾ ਪੀਂਦੇ ਨੇ ਤੇ ਉਹਨੂੰ ਤਾਂ ਜ਼ਰੂਰ ਕੋਈ ਨਾ ਕੋਈ ਡੈਮੇਜ ਕਰਦਾ ਬ੍ਰੇਨ ਨੂੰ, ਕਿ ਨਹੀਂ ਉਹ? ਯੈਸ, ਹਾਂਜੀ। ਸੋ ਜਿੱਦਾਂ ਦੇ ਤੁਸੀਂ ਇਦਾਂ ਦੇ ਕੋਈ ਕੈਮੀਕਲ ਬੋਡੀ ਪਾਉਣੀ, ਐਲਕੋਹਲ ਜਾਂ ਕੋਈ ਹੋਰ ਡਰੱਗਸ, ਤੇ ਉਹ ਹਾਂਜੀ ਜ਼ਰੂਰ ਬ੍ਰੇਨ ਸੈਲਸ ਨੂੰ ਡੈਮੇਜ ਕਰਦੇ ਆ, ਤੇ ਉਹਨਾਂ ਦੀ ਵੀ ਮੈਮਰੀ ਲਾਸ ਹੋ ਸਕਦੀ ਆ, ਪਰ ਉਹ ਐਲਜ਼ਾਈਮਰਸ ਨਹੀਂ ਹੁੰਦੀ ਹੈਗੀ, ਤੇ ਉਹ ਰਿਵਰਸੀਬਲ ਹੋ ਸਕਦੀ ਆ। ਹਾਂਜੀ, ਤੇ ਉਹ ਨਹੀਂ ਜਾਣੀ ਕਿ ਆਪਣੀ ਐਲਕੋਹਲ ਡਰੱਗ ਛੱਡ ਦੇਣ ਤੇ ਬ੍ਰੇਨ ਆਪਣੇ ਆਪ ਨੂੰ ਰਿਪੇਅਰ ਕਰ ਲਏਗਾ। ਜੀ ਡਾਕਟਰ ਸਾਹਿਬ। ਹਾਂਜੀ, ਸੋ ਡਾਕਟਰ ਸਾਹਿਬ ਬਾਕੀ ਹੈ, ਹਾਂਜੀ ਹਾਂਜੀ ਬਾਕੀ ਹੈ ਕਿ ਜਿਹੜੀਆਂ ਦਵਾਈਆਂ ਆਪਾਂ ਪ੍ਰਿਸਕ੍ਰਾਈਬ ਕੀਤੀਆਂ ਜੀਪੀ ਨੇ, ਤੇ ਉਹਨਾਂ ਦਾ ਵੀ ਸਾਈਡ ਇਫੈਕਟ ਹੋ ਸਕਦਾ ਭਾਜੀ ਬ੍ਰੇਨ ਤੇ। ਓਕੇ ਤੇ ਖਾਸ ਕਰਕੇ ਹੈਗੇ ਆ ਜਿਹਨਾਂ ਨੂੰ ਪੀਪੀਆਈ ਕਹਿੰਦੇ ਆ, ਉਹ ਓਮੈਪਰਾਜ਼ੋਲ, ਲੈਂਜ਼ੋਪਰਾਜ਼ੋਲ, ਇਹ ਦਿੰਦੇ ਹੈਗੇ ਆ ਤੇ ਸਟਮਕ ਐਸਿਡ ਵਾਸਤੇ। ਤੇ ਜੇ ਤੁਸੀਂ ਉਹਨਾਂ ਦੀ ਇਨਫੋਰਮੇਸ਼ਨ ਸ਼ੀਟ ਪੜ੍ਹੋ, ਉਹਦੇ ਉੱਤੇ ਲਿਖਿਆ ਹੋਊਗਾ ਵੀ ਇਹ ਮੈਮਰੀ ਨੂੰ ਜਾਂ ਡਿਮੈਂਸ਼ੀਆ ਨੂੰ ਰਿਸਕ ਵੱਧ ਜਾਂਦਾ ਆ, ਆਲਮੋਸਟ 44% ਰਿਸਕ ਇਨਕਰੀਜ਼ ਹੋ ਜਾਂਦਾ ਹੈ। ਤੇ ਸੋ ਇਹ ਡਰੱਗਸ ਦਾ ਵੀ ਹੁੰਦਾ ਹੈ, ਮੈਡੀਸਿਨਸ ਦਾ ਵੀ ਹੁੰਦਾ ਹੈ, ਤੇ ਜਿਹੜੇ ਹੈਗੇ ਆ ਕੋਲੈਸਟਰੋਲ ਦੀਆਂ ਦਵਾਈਆਂ, ਸਟੈਟਿਨਸ, ਤੇ ਉਹਨਾਂ ਦੇ ਵੀ ਇੱਕ ਸਾਈਡ ਇਫੈਕਟ ਹੈਗਾ, ਤੇ ਉਹ ਬ੍ਰੇਨ ਸੈਲਸ ਤੇ ਇਫੈਕਟ ਹੋ ਸਕਦਾ ਹੈ, ਉਹਨਾਂ ਨਾਲ ਵੀ ਡਿਮੈਂਸ਼ੀਆ ਹੋ ਸਕਦੀ ਹੈ। ਹਾਂਜੀ, ਸੋ ਇਦਾਂ ਦੇ ਕਈ ਰੀਜ਼ਨਸ ਬਣ ਜਾਂਦੇ ਆ, ਤੇ ਖਾਸ ਕਰਕੇ ਇੱਕ ਮੇਰੀ ਥਿਊਰੀ ਹੈਗੀ ਆ ਤੇ ਇਹ ਇੱਕ ਹੈਵੀ ਮੈਟਲਸ ਜਿਹੜੇ ਆ, ਜੇ ਖਾਸ ਕਰਕੇ ਐਲੂਮੀਨੀਅਮ ਤੇ ਮਰਕਰੀ ਤੇ ਹੈਗਾ ਲੈਡ, ਇਹਨਾਂ ਕਰਕੇ ਵੀ ਡਿਮੈਂਸ਼ੀਆ ਹੁੰਦਾ ਹੈ, ਕਿਉਂਕਿ ਇਹ ਵੀ ਬ੍ਰੇਨ ਦੇ ਵਿੱਚ ਡਿਪੋਜ਼ਿਟ ਹੋ ਜਾਂਦੇ ਆ, ਤੇ ਇਹ ਜਿਹੜੇ ਆ ਇਹ ਹੈਵੀ ਮੈਟਲਸ, ਪੋਇਜ਼ਨਸ ਮੈਟਲਸ ਆ, ਇਹ ਸਰੀਰ ਵਿੱਚ ਨੋਰਮਲੀ ਨਹੀਂ ਹੁੰਦੇ ਹੈਗੇ, ਤੇ ਇਹ ਜਦੋਂ ਬ੍ਰੇਨ ਵਿੱਚ ਡਿਪੋਜ਼ਿਟ ਹੋ ਜਾਂਦੇ ਆ ਤੇ ਬ੍ਰੇਨ ਸੈਲਸ ਨੂੰ ਇਹ ਡੈਮੇਜ ਕਰਦੇ ਜ਼ਰੂਰ। ਤੇ ਇੱਥੇ ਵੀ ਅਸੀਂ ਹੁਣ ਇੱਕ ਪ੍ਰੋਡਕਟ ਇੰਟਰੋਡਿਊਸ ਕੀਤਾ ਹੈ ਜਿਹੜਾ ਕਿ ਤੁਹਾਡੇ ਬ੍ਰੇਨ ਸੈਲਸ ਦੇ ਵਿੱਚ ਜਾ ਕੇ ਇਦਾਂ ਦੇ ਜਿਹੜੇ ਹੈਵੀ ਮੈਟਲਸ ਆ ਉਹਨਾਂ ਨੂੰ ਬਾਈਂਡ ਕਰਕੇ ਤੇ ਉਹ ਬੋਡੀ ਵਿੱਚੋਂ ਬਾਹਰ ਕੱਢ ਸਕਦਾ ਹੈ। ਹਾਂਜੀ ਡਾਕਟਰ ਸਾਹਿਬ ਪੁਰਾਣੇ ਜ਼ਮਾਨੇ 'ਚ ਕਿ ਹੁਣ ਵੀ ਮੈਨੂੰ ਲੱਗਦਾ ਬੜੇ ਲੋਕੀ ਸਪੈਸ਼ਲੀ ਆਪਣੇ ਏਸ਼ੀਅਨ 'ਚ ਬੜੀ ਆਦਤ ਹੈ, ਇਹਦੇ 'ਚ ਕਿੰਨਾ ਫੈਕਟ ਹੈਗਾ ਕਿ ਲੋਕ ਕਹਿੰਦੇ ਜਿਹੜੇ ਮਾਵਾਂ ਹੁੰਦੀਆਂ ਸੀ ਬੱਚਿਆਂ ਦੇ ਸਿਰਾਂ ਦੇ ਵਿੱਚ ਸਰੋਂ ਦਾ ਤੇਲ, ਕਾਹਦਾ ਤੇਲ ਮਲਦੀਆਂ ਸੀ, ਮਾਲਿਸ਼ ਕਰਦੀਆਂ ਸੀ, ਉਹਦੇ ਨਾਲ ਕੋਈ ਫਰਕ ਪੈਂਦਾ ਵੈਸੇ? ਚਲੋ ਡਸ ਇਟ ਮਾਲਿਸ਼ ਰੀਅਲੀ ਨਾਲ, ਹੈਲਪ? ਵੈਲ ਏਦਾਂ ਕਿ ਮਾਲਿਸ਼ ਕਰਨ ਨਾਲ ਰਿਲੈਕਸ ਹੋ ਜਾਂਦਾ ਹੁੰਦਾ ਹੈ ਨਾ, ਹਾਂ ਹਾਂ ਤੇ ਜਿਹੜੀ ਹੁਣ ਮਸਲਸ ਆ ਤੁਹਾਡੇ ਸਿਰ ਦੇ ਦੁਆਲੇ, ਉਹ ਮਸਲਸ ਕਈ ਵਾਰ ਟੈਨਸ਼ਨ ਨਾਲ ਟਾਈਟ ਹੋ ਜਾਂਦੇ ਆ। ਹਾਂਜੀ, ਤੇ ਤੁਸੀਂ ਫਿਰ ਥੋੜ੍ਹਾ ਜਿਹਾ ਟੈਂਸ ਫੀਲ ਕਰਦੇ ਆ, ਤੇ ਜਦੋਂ ਤੁਸੀਂ ਤੇਲ ਦੇ ਨਾਲ ਮਾਲਿਸ਼ ਕਰਦੇ ਆ ਤੇ ਤੁਸੀਂ ਰਿਲੈਕਸ ਫੀਲ ਹੋ ਜਾਂਦੇ, ਮਸਲ ਰਿਲੈਕਸ ਹੋ ਜਾਂਦੇ ਆ, ਤੇ ਨੀਂਦ ਵੀ ਸੋਹਣੀ ਆ ਜਾਂਦੀ ਆ। ਸੋ ਮਸਾਜ ਇਜ਼ ਗੁੱਡ। ਹਾਂਜੀ, ਪਰ ਹਾਂਜੀ। ਉਹ ਅਲਜ਼ਾਈਮਰ ਜਾਂ ਡਿਮੈਂਸ਼ੀਆ ਤੇ ਨਹੀਂ ਫਰਕ ਪਏਗਾ ਉਹਦਾ। ਤੇ ਡਾਕਟਰ ਸਾਹਿਬ ਜਿੱਦਾਂ ਕਹਿੰਦੇ ਨੇ ਕਿ ਤੁਸੀਂ ਕੋਈ ਇੱਦਾਂ ਦੀ ਚੀਜ਼ ਖਾਓ ਜਿੱਦਾਂ ਬਦਾਮ ਹੋਏ ਕਿ ਤੁਹਾਡਾ ਬ੍ਰੇਨ ਸ਼ਾਰਪ ਹੋ ਜਾਂਦਾ ਹੈ, ਇਹਦੇ 'ਚ ਕਿੰਨੀ ਕੁ ਸੱਚਾਈ ਹੈਗੀ ਹੈ? ਇਹ ਗੱਲ ਟਰੂ ਆ ਭਾਜੀ, ਇਹ ਗੱਲ ਟਰੂ ਆ। ਤੇ ਬਦਾਮ ਜਿਹੜੇ ਆ ਜਾਂ ਵਾਲਨਟਸ ਆ,
ਤੇ ਇਹਨਾਂ ਵਿੱਚ ਏਦਾਂ ਦੇ ਇਨਗਰੀਡੀਐਂਟ ਹੈਗੇ ਆ, ਉਹ ਬ੍ਰੇਨ ਪਾਵਰ ਲਈ ਬਹੁਤ ਵਧੀਆ ਚੀਜ਼ ਆ। ਅੱਛਾ ਅੱਛਾ। ਹਮ, ਇਨਫੈਕਟ ਜਿਹਦੇ ਵੀ ਮੋਸਟਲੀ ਡਰਾਈ ਨਟਸ ਹੁੰਦੇ ਨੇ, ਅਗੇਨ ਜਦੋਂ ਵੀ ਤੁਹਾਨੂੰ ਕਿ ਹੋਈ ਸੀ, ਮੈਂ ਦੱਸਿਆ ਪਹਿਲਾਂ ਸਟਾਰਟ ਦੇ ਵਿੱਚ, ਪਲੀਜ਼ ਆਪਣੇ ਜੀਪੀ ਨੂੰ, ਆਪਣੇ ਜਿਹੜੇ ਪ੍ਰੋਫੈਸ਼ਨਲ ਕੰਸਲਟੈਂਟ ਹੈਗੇ ਉਹਨਾਂ ਚੈੱਕ ਕਰਕੇ ਕੁਝ ਵੀ ਤੁਸੀਂ ਖਾਣਾ ਪੀਣਾ ਘਟਣਾ ਬੰਦ ਕਰਨਾ, ਪੁੱਛ ਕੇ ਕਰਨਾ ਹਮੇਸ਼ਾ ਹੀ। ਇਹ ਜਸਟ ਅਵੇਅਰਨੈਸ ਹੈਗੀ ਆ, ਇੱਕ ਜਸਟ ਚੈਟ ਸ਼ੋ ਹੈਗਾ। ਡਾਕਟਰ ਸਾਹਿਬ ਸਾਡੇ ਪਾਸ ਕਲਿੱਪ ਵੀ ਹੈਗੀ ਆ, ਜਦੋਂ ਤੁਸੀਂ ਚਾਹੋਗੇ ਅਸੀਂ ਉਹ ਦੇਖ ਕੇ ਉਹਦੇ ਬਾਰੇ ਫਿਰ ਗੱਲਬਾਤ ਕਰਾਂਗੇ, ਮੈਨੂੰ ਤੁਸੀਂ ਦੱਸ ਦਿਓ। ਹਾਂਜੀ ਠੀਕ ਹੈ, ਆਪਾਂ ਕਲਿੱਪ ਦੇਖ ਲਈਏ ਪਹਿਲਾਂ, ਫਿਰ ਤੁਹਾਡੇ ਚਲੋ ਠੀਕ ਦਰਸ਼ਕਾਂ ਨੂੰ ਹੈ, ਹੋਰ ਅੰਡਰਸਟੈਂਡਿੰਗ ਹੋ ਜਾਂਦੀ ਹੈ। ਚਲੋ ਫਾइन, मैं सुखदेव ने कहूँगा पहला क्लिप लगा देते, प्लीज़ वॉच द क्लिप, फिर उसके बाद डॉक्टर जी ਉਹਦੇ ਬਾਰੇ ਗੱਲਬਾਤ ਕਰਾਂਗੇ। ਇਹ ਪਿਕਚਰ ਹੈਗੀ ਆ MRI ਸਕੈਨ ਦੀ, ਤੇ ਤੁਸੀਂ ਦੇਖ ਸਕਦੇ ਹੈਗੇ ਆ, ਇਹ ਹੈਗਾ ਜੀ ਨੋਰਮਲ ਬ੍ਰੇਨ ਦੀ MRI ਸਕੈਨ, ਤੇ ਇਹ ਹੈਗੀ ਆ ਜਿਨ੍ਹਾਂ ਦੇ ਐਲਜ਼ਾਈਮਰਸ ਡਿਜ਼ੀਜ਼ ਹੁੰਦੀ ਆ। ਤੇ ਤੁਸੀਂ ਦੇਖ ਸਕਦੇ ਆ ਇੱਥੇ ਜਿਹੜੇ ਬਲੂ ਤੇ ਬਲੈਕ ਏਰੀਆ ਇਹ ਕਾਫੀ ਜ਼ਿਆਦਾ ਹੈ ਨੋਰਮਲ ਦੇ ਨਾਲੋਂ, ਤੇ ਇਹਦਾ ਇੰਡੀਕੇਸ਼ਨ ਇਹੀ ਆ ਵੀ ਬ੍ਰੇਨ ਸੈੱਲ ਜਿਹੜੇ ਆ ਇਹ ਡੈਮੇਜ ਹੋ ਚੁੱਕੇ ਆ, ਤੇ ਹੌਲੀ ਹੌਲੀ ਇਹ ਸੈੱਲ ਜਿਹੜੇ ਆ ਮਰ ਜਾਂਦੇ ਆ। ਠੀਕ ਸੀਗਾ, ਵੈਰੀ ਨਾਈਸ, ਅੱਛਾ ਲੱਗਿਆ ਤੁਸੀਂ ਕਲਿੱਪ ਬਣਾਇਆ। ਤੁਸੀਂ ਦੇਖੋ ਜਿਹੜਾ ਇੱਕ ਨੋਰਮਲ ਬ੍ਰੇਨ ਹੈਗਾ ਸਾਈਡ ਤੇ ਅਲਜ਼ਾਈਮਰ ਦਾ ਤੁਸੀਂ ਦਿਖਾਇਆ, ਉਹ ਕਿੰਨਾ ਫਰਕ ਆ ਦੋਨਾਂ ਦੇ ਵਿੱਚ। ਉਹ ਜਿਸ ਤਰ੍ਹਾਂ ਕਿ ਕਿੱਦਾਂ ਮੈਂ ਡਿਸਕ੍ਰਾਈਬ ਕਰਾਂ ਕਿ ਕੋਈ ਚੀਜ਼ ਸਪੋਜ਼ ਕੈਂਸਰ ਹੈਗੀ, ਉਹ ਸਪਰੈਡ ਹੋ ਗਈ ਹੈ ਸਾਰੇ ਪਾਸੇ। ਹਾਂਜੀ ਹਾਂਜੀ, ਦੈਟਸ ਰਾਈਟ। ਸੋ ਇਹ ਬ੍ਰੇਨ ਇਮੇਜ ਜਿਹੜਾ MRI ਦਾ, ਇਹ ਤੋਂ ਖਾਸ ਪਤਾ ਲੱਗ ਜਾਂਦਾ ਹੈ ਤੇ ਕਿੰਨਾ ਕੁ ਬ੍ਰੇਨ ਡੈਮੇਜ ਹੋਇਆ, ਤੇ ਐਕਚੁਅਲੀ ਉਹ ਬ੍ਰੇਨ ਸ਼ਰਿੰਕ ਵੀ ਹੋ ਜਾਂਦਾ ਭਾਜੀ, ਤੇ ਉਹ ਐਕਚੁਅਲੀ ਜਿਹਨੂੰ ਤੋਲੋ ਤੇ ਬ੍ਰੇਨ ਛੋਟਾ ਹੁੰਦਾ ਹੈ। ਹਾਂ ਤੇ ਇਹ ਵੀ ਹੋਇਆ ਵੀ ਜਦੋਂ ਹੁਣ ਐਲਜ਼ਾਈਮਰ ਦੇ ਪੇਸ਼ੈਂਟ ਦਾ ਬ੍ਰੇਨ ਐਨਾਲਾਈਜ਼ ਕੀਤਾ ਮੌਤ ਤੋਂ ਬਾਅਦ, ਤੇ ਉਹਨਾਂ ਨੇ ਕਾਫੀ ਡਿਸਕਵਰ ਕੀਤਾ ਕਿ ਇਹਦੇ ਵਿੱਚ ਐਲੂਮੀਨੀਅਮ ਬਹੁਤ ਸੀ। ਆਮ ਜਿਹੜੇ ਨੋਰਮਲ ਬੰਦਾ ਸੀ ਉਹਦੇ ਨਾਲੋਂ ਐਲੂਮੀਨੀਅਮ ਕੁਝ ਕਾਫੀ ਜ਼ਿਆਦਾ ਨਿਕਲਿਆ ਬ੍ਰੇਨ ਵਿੱਚ। ਤੇ ਇਹ ਹੁਣ ਗੱਲ ਆਉਂਦੀ ਹੈ ਵੀ ਬ੍ਰੇਨ ਵਿੱਚ ਐਲੂਮੀਨੀਅਮ ਕਿੱਥੋਂ ਆ ਜਾਂਦਾ ਹੈ। ਤੇ ਤੁਹਾਨੂੰ ਪਤਾ ਵੀ ਅਸੀਂ ਆਪਣੇ ਪਤੀਲੇ ਜਿਹੜੇ ਤਕਰੀਬਨ ਮੋਸਟਲੀ ਐਲੂਮੀਨੀਅਮ ਦੇ ਵਰਤਦੇ ਹਾਂ, ਤੇ ਜਦੋਂ ਤੁਸੀਂ ਕੁਕਿੰਗ ਕਰਦੇ ਆ, ਉਹ ਹੌਲੀ ਹੌਲੀ ਥੋੜਾ ਐਲੂਮੀਨੀਅਮ ਜਿਹੜਾ ਤੁਹਾਡੇ ਖਾਣੇ ਵਿੱਚ ਜਾਂਦਾ ਰਹਿੰਦਾ। ਤੇ ਬਾਕੀ ਹੈਗੀ ਆ ਆਪਣੇ ਜਿਹੜੀ ਅੰਡਰਆਰਮ ਸਪਰੇ ਬਣਾਈ ਉੱਪਰ ਐਂਟੀਪਰਸਪੀਰੈਂਟ ਖਾਸ ਕਰਕੇ, ਉਹਨਾਂ ਦੇ ਵਿੱਚ ਵੀ ਐਲੂਮੀਨੀਅਮ ਪੈਂਦਾ ਆ, ਤੇ ਉਹ ਤੁਹਾਡੇ ਸਕਿਨ ਦੇ ਥਰੂ ਐਬਜ਼ੌਰਬ ਹੁੰਦਾ ਰਹਿੰਦਾ ਐਲੂਮੀਨੀਅਮ। ਹਾਂਜੀ, ਤੇ ਇੱਕ ਹੋਰ ਸੋਰਸ ਆ ਸਾਡੇ ਖਾਸ ਕਰਕੇ ਇੰਡੀਅਨਸ ਲਈ, ਇੱਕ ਜਿਹੜਾ ਬਰਕ ਲਾਉਂਦੇ ਮਿਠਾਈ ਦੇ ਉੱਤੇ ਨਾ, ਬਰਕ ਜਿਹੜਾ ਉਹ ਐਲੂਮੀਨੀਅਮ ਤੋਂ ਬਣਦਾ ਜੀ, ਤੇ ਅਸੀਂ ਉਹ ਖਾ ਲਈਦਾ। ਸੋ ਐਲੂਮੀਨੀਅਮ ਜਿਹੜਾ ਇਹ ਇੱਕ ਪੋਇਜ਼ਨਸ ਮੈਟਲ ਆ, ਤੇ ਇਹ ਤੁਹਾਡੇ ਬ੍ਰੇਨ ਵਿੱਚ ਜਮ੍ਹਾਂ ਹੁੰਦਾ ਰਹਿੰਦਾ। ਤੇ ਜਿਹੜੇ ਪੁਰਾਣੀ ਵੈਕਸੀਨਸ ਬਣਦੇ ਆ, ਤੇ ਉਹ ਪੁਰਾਣੀ ਵੈਕਸੀਨਸ ਦੇ ਵਿੱਚ ਵੀ ਐਲੂਮੀਨੀਅਮ ਪੈਂਦਾ ਸੀ। ਉਹ ਕਹਿੰਦੇ ਸੀ, ਕਿਸੇ ਸਾਇੰਟਿਸਟ ਨੇ ਕੁਝ 60 ਸਾਲ ਪਹਿਲਾਂ ਦੀ ਗੱਲ ਆ, ਉਹਨੇ ਕਿਹਾ ਸੀ ਵੀ ਜੇ ਐਲੂਮੀਨੀਅਮ ਵਿੱਚ ਪਾ ਦਈਏ ਵੈਕਸੀਨ ਵਿੱਚ, ਤੇ ਉਹ ਇਮਿਊਨ ਰਿਸਪੌਂਸ ਕੁਝ ਬੈਟਰ ਆਉਂਦਾ ਆ। ਉਹ 60 ਸਾਲ ਹੋ ਗਏ, ਹਾਲੇ ਕਿਸੇ ਨੇ ਵੀ ਉਹ ਦੁਬਾਰਾ ਟੈਸਟ ਨਹੀਂ ਕੀਤਾ, ਨਾ ਉਹਨੂੰ ਚੈਲੰਜ ਕੀਤਾ ਹੈ, ਤੇ ਉਹ ਟੀਕਿਆਂ ਦੇ ਵਿੱਚ ਆਮ ਐਲੂਮੀਨੀਅਮ ਪਾਉਂਦੇ ਰਹਿੰਦੇ ਨੇ, ਤੇ ਉਹ ਤੁਸੀਂ ਆਪੇ ਦੇਖ ਲਓ ਕਿ ਸਿੱਧਾ ਤੁਹਾਡੀ ਬਲੱਡ ਸਟਰੀਮ ਵਿੱਚ ਪਹੁੰਚ ਜਾਂਦਾ। ਡਾਕਟਰ ਬਾਕੀ ਅਲਜ਼ਾਈਮਰ ਹੈਗੀ ਆ, ਜਿਹੜੀ ਇਹ ਬਿਮਾਰੀ ਹੈਗੀ ਆ, ਕਿਹੜੀ ਦੀ ਯੰਗੈਸਟ ਏਜ, ਕਿਹੜੀ ਏਜ ਕਿਸੇ ਨੂੰ ਤੁਹਾਨੂੰ ਕੋਈ ਇੱਦਾਂ ਦਾ ਹੈ ਕੋਈ ਕਿੱਸਾ, ਕੋਈ ਕੇਸ ਕਿ ਕਿਹੜੇ ਬੰਦੇ ਨੂੰ, ਯੰਗੈਸਟ ਬੰਦੇ ਨੂੰ ਹੋਈ ਸੀ ਕਿ ਇਹ 50 60 70 ਸਾਲ ਤੋਂ ਜਾ ਕੇ ਹੁੰਦੀ ਹੈ? ਕੋਈ ਏਜ ਦਾ ਇਹਦੇ 'ਚ ਫੈਕਟਰ ਹੈਗਾ? ਏਜ ਦਾ ਹੈਗਾ ਭਾਜੀ, ਮੋਸਟਲੀ ਇਹ 올ਡ ਏਜ ਵਿੱਚ ਹੁੰਦੀ ਆ, ਕਿਉਂਕਿ ਹੌਲੀ ਹੌਲੀ ਜਿਹੜੇ ਟੌਕਸਿਨ ਉਹ ਵੱਧਦੇ ਰਹਿੰਦੇ ਆ, ਜਮ੍ਹਾਂ ਹੁੰਦੇ ਰਹਿੰਦੇ ਆ। ਉਹਦਾ ਤੇ ਕੋਈ ਟਿਪਿੰਗ ਪੁਆਇੰਟ ਹੁੰਦਾ, ਥ੍ਰੈਸ਼ਹੋਲਡ ਤੇ ਇਸ ਪੁਆਇੰਟ ਤੋਂ ਹੁਣ ਜ਼ਿਆਦਾ ਹੋ ਗਿਆ ਤੇ ਉੱਤੇ ਡੈਮੇਜ ਹੋਣ ਲੱਗ ਪੈਂਦਾ ਹੈ। ਪਰ ਇਹ ਯੰਗ ਏਜ ਵਿੱਚ ਵੀ ਵਿਰਲੇ ਕੇਸ ਹੁੰਦੇ ਆ। ਸੋ 30 ਸਾਲ ਦੇ ਉਮਰ ਦੇ, 40 ਸਾਲ ਦੇ ਉਮਰ ਦੇ, ਇਹਨੂੰ ਯੰਗ ਔਨਸੈਟ ਵੀ ਕਹਿੰਦੇ ਆ, ਯੰਗ ਔਨਸੈਟ ਐਲਜ਼ਾਈਮਰਸ ਜਾਂ ਡਿਮੈਂਸ਼ੀਆ। ਤੇ ਪਰ ਉਹ ਬਹੁਤ ਘੱਟ ਕੇਸ ਹੁੰਦਾ ਜੀ ਏਦਾਂ ਦੇ। ਤੇ ਮੇਰਾ ਖਿਆਲ ਇਹੀ ਆ ਕਿ ਉਹਨਾਂ ਦੇ ਇੱਕਦਮ ਜ਼ਿਆਦਾ ਐਲੂਮੀਨੀਅਮ ਜਾਂ ਮਰਕਰੀ ਬ੍ਰੇਨ ਵਿੱਚ ਪਹੁੰਚ ਗਈ ਕਿਸੇ ਨੂੰ ਕਿਸੇ ਵਜ੍ਹਾ, ਤੇ ਜਾਂ ਉਹ ਜ਼ਿਆਦਾ ਸੈਂਸਿਟਿਵ ਸੀਗੇ ਏਦਾਂ ਦੀਆਂ ਚੀਜ਼ਾਂ ਤੋਂ, ਤੇ ਉਹਨਾਂ ਨੂੰ ਫਿਰ ਡਿਮੈਂਸ਼ੀਆ ਹੋ ਗਿਆ। ਡਾਕਟਰ ਸਾਹਿਬ ਇਹ ਕਈ ਦਫਾ ਪਤਾ ਲੱਗਿਆ ਕਿ ਸੁਣਨ ਚ ਆਇਆ, ਜਿਹੜਾ ਬ੍ਰੇਨ ਹੁੰਦਾ ਕਹਿੰਦੇ ਇਹ ਛੋਟਾ ਸ਼ਰਿੰਕ ਹੋ ਗਿਆ ਜਾਂ ਉਹਨੂੰ ਸੁੱਜਿਆ ਹੋਇਆ, ਇਹ ਕੀ ਕਾਰਨ ਹੁੰਦਾ ਇਹਦਾ? ਹਾਂਜੀ, ਸੋ ਬ੍ਰੇਨ ਜੇ ਸੁੱਜਦਾ ਹੈ ਤਾਂ ਨੋਰਮਲੀ ਇਨਫਲੇਮੇਸ਼ਨ ਹੁੰਦੀ ਆ, ਜਾਂ ਤਾਂ ਕੋਈ ਇਨਫੈਕਸ਼ਨ ਹੋ ਗਿਆ ਨਾ, ਬੈਕਟੀਰੀਅਲ ਇਨਫੈਕਸ਼ਨ ਹੋ ਗਿਆ ਜਾਂ ਵਾਇਰਲ ਇਨਫੈਕਸ਼ਨ ਹੋ ਗਿਆ, ਉਹਦੇ ਨਾਲ ਸੋਜ ਪੈ ਜਾਂਦੀ ਹੈ।
ਤੇ ਜੇ ਉੱਦਾਂ ਮਾਈਲਡ ਇਨਫਲੇਮੇਸ਼ਨ ਆ ਤੇ ਉਹ ਤਾਂ ਇਦਾਂ ਹੀ ਆ ਕਿ ਜਿੱਦਾਂ ਤੁਸੀਂ ਆਪਾਂ ਸਮਝਾਉਂਦੇ ਆ ਕਿ ਕੋਈ ਕੋਈ ਕੈਮੀਕਲਸ ਤੁਹਾਡੇ ਬ੍ਰੇਨ ਵਿੱਚ ਪਹੁੰਚ ਜਾਂਦੇ ਆ ਤੇ ਉਹ ਫਿਰ ਬ੍ਰੇਨ ਰਿਐਕਟ ਤਾਂ ਕਰਨਾ ਹੀ ਹੁੰਦਾ ਹੈ। ਜਿਹੜੀ ਕੋਈ ਫੋਰਨ ਚੀਜ਼ ਆਉਂਦੀ ਬ੍ਰੇਨ ਵਿੱਚ ਜਾਂ ਤੁਹਾਡੇ ਸਰੀਰ ਵਿੱਚ, ਉੱਥੇ ਜਿੱਥੇ ਵੀ ਜਾਂਦੀ ਉਹ ਚੀਜ਼ ਉੱਥੇ ਥੋੜਾ ਬਹੁਤ ਇਨਫਲੇਮੇਸ਼ਨ ਹੁੰਦਾ ਹੀ ਹੈ ਕਿਉਂਕਿ ਬਾਡੀ ਰਿਸਪੌਂਡ ਕਰਦੀ ਹੈ। ਡਾਕਟਰ ਸਾਹਿਬ, ਇਹ ਜਦੋਂ ਤੁਸੀਂ ਹੁਣ ਮੈਂ ਪੁੱਛਣਾ ਚਾਹਾਂਗਾ ਕਿ ਲੋਕਾਂ ਨੂੰ ਅਸੀਂ ਦੱਸੀਏ ਕਿ ਇਹਦੇ ਸਾਈਨ ਕੀ ਹੁੰਦੇ ਨੇ, ਲੋਕਾਂ ਨੂੰ ਕਦੋਂ ਪਤਾ ਲੱਗਦਾ ਕਿ ਮੇਰੀ ਯਾਦਦਾਸ਼ਤ 'ਚ ਫਰਕ ਪੈ ਰਿਹਾ? ਕਿਉਂਕਿ ਬੜੀ ਦਫਾ ਦੇਖਿਆ ਆਮ ਲੋਕ ਗੱਲ ਕਰਦੇ ਨੇ, ਖੁਦ ਹੀ ਕਹਿਣ ਲੱਗ ਜਾਂਦੇ ਨੇ ਯਾਰ ਮੇਰੀ ਯਾਦਦਾਸ਼ਤ ਬੜੀ ਕਮਜ਼ੋਰ ਹੋ ਗਈ ਅੱਗੇ ਨਾਲੋਂ, ਮੈਂ ਕੋਈ ਚੀਜ਼ ਲੈਣਾ ਤੇ ਮੈਂ ਥੋੜੀ ਸੈਕਿੰਡ ਲਈ ਮੈਂ ਭੁੱਲ ਜਾਂਦਾ ਕਿ ਮੈਂ ਕੀ ਲੈਣਾ ਹੈ। ਇਸ ਦਾ ਸਾਈਨ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਉਸ ਡਾਇਰੈਕਸ਼ਨ 'ਚ ਜਾ ਰਹੇ ਹੋ? ਹਾਂ ਬਿਲਕੁਲ ਭਾਜੀ, ਬਿਲਕੁਲ ਏਦਾਂ ਹੀ। ਜਦੋਂ ਤੁਹਾਡੀ ਮੈਮਰੀ ਥੋੜੀ ਥੋੜੀ ਖਰਾਬ ਹੋਣ ਲੱਗ ਪੈਂਦੀ ਆ ਤੇ ਯੂ ਆਰ ਹੈਡਿੰਗ ਇਨ ਦੈਟ ਡਾਇਰੈਕਸ਼ਨ, ਤੇ ਏਦਾਂ ਦੀਆਂ ਕੁਝ ਨਿਸ਼ਾਨੀਆਂ ਹੈਗੀਆਂ ਇਹਨਾਂ ਦੀਆਂ। ਤੇ ਕਈ ਵਾਰੀ ਬੰਦਾ ਵਾਰ-ਵਾਰ ਇੱਕੋ ਹੀ ਕੁਐਸਚਨ ਪੁੱਛਦਾ ਰਹਿੰਦਾ ਹੈ। ਹਾਂਜੀ, ਸੋ ਅੱਧੇ ਘੰਟੇ ਬਾਅਦ ਉਹ ਮੁੜ ਕੇ ਫਿਰ ਉਹੀ ਕੁਐਸਚਨ ਪੁੱਛ ਲੈਣਾ ਉਹਨੇ, ਤੁਸੀਂ ਉਹਨੂੰ ਦਿੰਦੇ ਜਵਾਬ ਤੇ ਅੱਧੇ ਘੰਟੇ ਬਾਅਦ ਉਹ ਫਿਰ ਪੁੱਛ ਲੈਂਦਾ, ਉਹਨੂੰ ਚੇਤਾ ਹੀ ਨਹੀਂ ਵੀ ਮੈਂ ਇਹ ਪੁੱਛਿਆ ਸੀ ਕੁਐਸਚਨ ਪਹਿਲਾਂ। ਸੋ ਏਦਾਂ ਦੇ ਨਿਸ਼ਾਨੀਆਂ ਹੈਗੀਆਂ। ਜਾਂ ਉਹ ਬੋਲਦੇ ਬੋਲਦੇ ਉਹਨਾਂ ਨੂੰ ਭੁੱਲ ਜਾਂਦਾ ਕਿ ਮੈਂ ਕੀ ਕਹਿਣ ਲੱਗਾ ਸੀ। ਹਾਂਜੀ, ਜਾਂ ਉਹ ਆਪਣੇ ਵਰਡਸ ਜਿਹੜੇ ਆ ਉਹ ਮਿਕਸ ਅਪ ਕਰ ਲੈਂਦੇ ਆ ਤੇ ਫਿਰ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹਨੀ ਗਲਤ ਥਾਂ ਤੇ ਰੱਖ ਦੇਣੀ, ਜਿੱਦਾਂ ਉਹ ਪਰਸ ਹੋਇਆ ਉਹ ਫ੍ਰਿਜ ਵਿੱਚ ਰੱਖਿਆ ਹੋਣਾ ਉਹਨੂੰ। ਹਾਂਜੀ, ਸੋ ਏਦਾਂ ਦੀਆਂ ਚੀਜ਼ਾਂ ਦੀ ਨਿਸ਼ਾਨੀ ਹੁੰਦੀ ਕਿ ਕੁਛ ਰੋਂਗ ਹੋ ਰਿਹਾ ਬ੍ਰੇਨ ਵਿੱਚ। ਤੇ ਜਦੋਂ ਬਾਹਰ ਜਾਂਦੇ ਆ ਉਹ ਭੁੱਲ ਵੀ ਜਾਂਦੇ ਵੀ ਅਸੀਂ ਵਾਪਸ ਘਰ ਕਿੱਦਾਂ ਪਹੁੰਚਣਾ, ਇਹ ਖਾਸ ਨਿਸ਼ਾਨੀ ਆ। ਹਾਂਜੀ, ਉਹਨੂੰ ਚੇਤਾ ਹੀ ਰਹਿੰਦਾ ਆਪਣਾ ਐਡਰੈਸ ਕੀ ਆ, ਮੈਂ ਕਿੱਥੇ ਰਹਿੰਦਾ, ਜਾਂ ਕੋਈ ਡੇਟ ਆਫ ਬਰਥ ਭੁੱਲ ਜਾਂਦਾ ਹੈ। ਹਾਂਜੀ, ਤੇ ਇਹ ਸਡਨਲੀ ਇਹਦਾ ਮੂਡ ਚੇਂਜਸ ਵੀ ਆ ਸਕਦੇ ਆ ਕਿ ਉਹਨਾਂ ਦੇ ਇੱਕਦਮ ਖੁਸ਼ ਹੁੰਦੇ ਆ ਤੇ ਉਹ ਇੱਕਦਮ ਉਹ ਫਿਕਰ ਕਰਨ ਲੱਗ ਪੈਂਦੇ ਜਾਂ ਇੱਕਦਮ ਸੈਡ ਹੋ ਜਾਂਦੇ ਆ, ਸਡਨ ਮੂਡ ਚੇਂਜਸ ਵੀ ਹੋ ਸਕਦੀਆਂ। ਸੋ ਏਦਾਂ ਦੀਆਂ ਕਈ ਨਿਸ਼ਾਨੀਆਂ ਆ ਵੀ ਖਾਸ ਤਾਂ ਇਹ ਆ ਵੀ ਜਿਹੜੀ ਮੈਮਰੀ ਆ ਉਹ ਖਰਾਬ ਹੋਣ ਲੱਗ ਪੈਂਦੀ। ਡਾਕਟਰ ਸਾਹਿਬ, ਇਹ ਜਦੋਂ ਹੁਣ ਬੜੇ ਫਸਟ ਇਨੀਸ਼ੀਅਲ ਇਹਦੇ ਸਾਈਨ ਥੋੜ੍ਹੇ ਬਹੁਤੇ ਬੰਦਿਆਂ ਨੂੰ ਖੁਦ ਪਤਾ ਲੱਗਦਾ ਹੈ, ਇਮੀਡੀਏਟਲੀ ਇਨਸਾਨ ਕਹਿ ਦਿੰਦਾ ਯਾਰ ਮੈਂ ਥੋੜ੍ਹਾ ਹੁਣ ਬਜ਼ੁਰਗ ਹੋ ਗਿਆ, ਮੇਰੀ ਯਾਦ ਦਾ ਥੋੜ੍ਹਾ ਫਰਕ ਪੈ ਰਿਹਾ, ਉਹਨਾਂ ਧਿਆਨ ਨਹੀਂ ਜਾਂਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਬ੍ਰੇਨ ਦੀ ਲੱਗ ਰਹੀ ਹੈ ਕਿ ਜਿਹਨਾਂ ਯਾਦਦਾਸ਼ਤ ਜਾ ਰਹੀ ਹੈ। ਕਿਉਂਕਿ ਬਿਗਨਿੰਗ ਹੈਗੀ ਹੈ, ਉਹਦੇ 'ਚ ਕੁਝ ਤੁਸੀਂ ਉਹਨੂੰ ਰਿਵਰਸ ਕਰ ਸਕਦੇ ਹੋ, ਸਟਾਪ ਕਰ ਸਕਦੇ ਹੋ, ਇੰਪਰੂਵ ਕਿੱਦਾਂ ਕਰ ਸਕਦੇ ਹੋ, ਕੀ ਕਰ ਸਕਦੇ ਹੋ ਉਹਦੇ ਬਾਰੇ? ਹਾਂਜੀ ਯਾਰ, ਸੋ ਬੈਸਟ ਥਿੰਗ ਤਾਂ ਇਹੀ ਆ ਕਿ ਤੁਸੀਂ ਆਪਣਾ ਬ੍ਰੇਨ ਜਿਹੜਾ ਐਕਟਿਵ ਰੱਖੋ। ਹਾਂਜੀ, ਸੋ ਕੋਈ ਨਾ ਕੋਈ ਬੁੱਕ ਪੜ੍ਹੋ, ਕੋਈ ਮੈਗਜ਼ੀਨ ਪੜ੍ਹੋ ਜਿੱਥੇ ਤੁਹਾਡਾ ਤੁਸੀਂ ਆਪਣੇ ਬ੍ਰੇਨ ਨੂੰ ਵਰਤਦੇ ਆ, ਹਨਾ। ਤੇ ਜੇ ਤੁਸੀਂ ਨਹੀਂ ਪੜ੍ਹ ਸਕਦੇ ਤਾਂ ਕੋਈ ਜਿਗਸੌ ਪਜ਼ਲ ਲੈ ਲਓ। ਹਾਂਜੀ, ਜਾਂ ਆਲਸੋ ਸੋਸ਼ਲ ਇੰਟਰੈਕਸ਼ਨ ਵੀ ਚਾਹੀਦਾ ਆ। ਜਿਹੜੇ ਇਕੱਲੇ ਰਹਿੰਦੇ ਆ ਉਹਨਾਂ ਦਾ ਰਿਸਕ ਜ਼ਿਆਦਾ ਵੱਧ ਜਾਂਦਾ ਕਿਉਂਕਿ ਉਹਨਾਂ ਦਾ ਇੰਟਰੈਕਸ਼ਨ ਨਹੀਂ ਹੁੰਦਾ ਕਿਸੇ ਦੇ ਨਾਲ, ਕਿਸੇ ਨਾਲ ਗੱਲਾਂ ਬਾਤਾਂ ਕਰਨੇ ਨੂੰ ਚਾਹੀਦਾ ਜ਼ਰੂਰੀ। ਹਾਂਜੀ, ਸੋ ਏਦਾਂ ਹੀ ਬ੍ਰੇਨ ਨੂੰ ਜਿੰਨਾ ਤੁਸੀਂ ਯੂਜ਼ ਕਰੋਗੇ ਉਨਾ ਐਕਟਿਵ ਰਹੂਗਾ, ਜਿੰਨਾ ਤੁਸੀਂ ਘੱਟ ਵਰਤਦੇ ਬ੍ਰੇਨ ਨੂੰ ਉਨਾ ਉਹ ਸਲੋ ਹੋ ਜਾਂਦਾ। ਡਾਕਟਰ ਸਾਹਿਬ, ਇੱਕ ਚੀਜ਼ ਹੋਰ ਹੈ, ਇਹ ਬੜਾ ਇੰਟਰਸਟਿੰਗ ਹੈ, ਬੜੀ ਆਮ ਚੀਜ਼ ਹੈਗੀ ਹੈ, ਸੁਣਨ 'ਚ ਆਇਆ, ਦੇਖਣ 'ਚ ਆਇਆ ਕਿ ਕਈ ਲੋਕ ਹੈਗੇ ਨੇ ਨਾ, ਉਹਨਾਂ ਦਾ ਬ੍ਰੇਨ ਸਟਾਪ ਹੋ ਗਿਆ ਲਾਈਕ 30-40 ਸਾਲ ਪਹਿਲਾਂ, ਤੇ ਉਹਨਾਂ ਨੂੰ ਨਵੀਆਂ ਗੱਲਾਂ ਨਹੀਂ ਯਾਦ, ਪੁਰਾਣੀਆਂ ਯਾਦ ਨੇ, ਸੈਂਟ ਬਾਈ ਸੈਂਟ, ਮਿੰਟ ਬਾਈ ਮਿੰਟ ਉਹਨਾਂ ਨੂੰ ਪਤਾ ਹੈਗਾ। ਕਈ ਬੰਦਿਆਂ ਨੂੰ ਪੁਰਾਣੀਆਂ ਭੁੱਲ ਗਿਆ ਤੇ ਨਵੀਆਂ ਯਾਦ ਹੈ। ਇਹ ਕੀ ਹਿਸਾਬ ਹੈ, ਕਿਸ ਤਰ੍ਹਾਂ ਹੁੰਦਾ ਹੈ? ਹਾਂ, ਇਹ ਵੀ ਇੱਕ ਸਾਈਨ ਆ ਭਾਜੀ ਡਿਮੈਂਸ਼ੀਆ ਦਾ। ਤੇ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਉਹ ਕਿਉਂਕਿ ਜਿਹੜਾ ਬ੍ਰੇਨ ਆ ਇਹਦੇ ਕਈ ਪਾਰਟ ਆ। ਹਾਂਜੀ, ਤੇ ਇੱਕ ਲੌਂਗ ਟਰਮ ਮੈਮਰੀ ਆ, ਇੱਕ ਸ਼ੋਰਟ ਟਰਮ ਮੈਮਰੀ ਆ। ਸੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਕਈ ਵਾਰੀ ਚੇਤਾ ਰਹਿੰਦੀਆਂ, ਪਰ ਜਿਹੜੀਆਂ ਹੁਣੀ 1 ਘੰਟਾ 2 ਘੰਟੇ ਪਹਿਲਾਂ ਜਾਂ ਕੱਲ ਕੀਤੀ ਗੱਲ ਉਹਦਾ ਕੋਈ ਚੇਤਾ ਨਹੀਂ ਰਹਿੰਦਾ, ਉਹ ਸ਼ੋਰਟ ਟਰਮ ਮੈਮਰੀ ਉੱਤੇ ਪਹਿਲਾਂ ਇਫੈਕਟ ਪੈਂਦਾ ਡਿਮੈਂਸ਼ੀਆ ਦਾ ਜੀ। ਡਾਕਟਰ ਸਾਹਿਬ, ਟਾਈਮ ਬੜਾ ਥੋੜ੍ਹਾ ਰਹਿ ਰਿਹਾ, ਬਿਫੋਰ ਮੈਨੂੰ ਲੱਗਦਾ ਮਿੰਟ 1.5 ਮਿੰਟ ਰਹਿੰਦਾ ਬਿਫੋਰ ਬ੍ਰੇਕ। ਮੈਂ ਥੋੜ੍ਹੇ ਬਹੁਤੇ ਨਾਲ ਦੀ ਨਾਲ ਜਦੋਂ ਤੁਸੀਂ ਗੱਲਾਂ ਕਰਦੇ ਹੋ ਦਿਮਾਗ 'ਚ ਮੇਰੇ ਸਵਾਲ ਆ ਰਹੇ ਨੇ, ਕਿਉਂਕਿ ਬੜੇ ਲੋਕ ਕਾਲ ਕਰਦੇ ਨੇ, ਬੜੀ ਗੱਲਬਾਤ ਹੁੰਦੀ ਹੈ ਲੋਕਾਂ ਦੇ ਨਾਲ। ਜਦੋਂ ਕਿਸੇ ਫੋਰ ਰੀਜ਼ਨ ਕਿਸੇ ਨੂੰ ਕੋਈ ਟਰੈਂਕੁਲਾਈਜ਼ਰ ਦੇ ਉੱਪਰ ਪਾਇਆ ਜਾਂਦਾ ਹੈ, ਉਹਦੇ ਨਾਲ ਵੀ ਤਾਂ ਬ੍ਰੇਨ ਡਲ ਹੁੰਦਾ ਕਿ ਨਹੀਂ ਹੁੰਦਾ, ਉਹਦੇ ਨਾਲ ਫਰਕ ਪੈਂਦਾ ਕਿ ਨਹੀਂ ਪੈਂਦਾ? ਹਾਂਜੀ, ਉਹ ਟੈਂਪਰੇਰੀ ਤਾਂ ਫਰਕ ਪੈਂਦਾ ਹੈ ਜੀ, ਕਿਉਂਕਿ ਦੇਖੋ ਉਹਦੀ ਜੋਬ ਇਹੀ ਹੈ ਟਰੈਂਕੁਲਾਈਜ਼ਰ ਦੀ ਜਾਂ ਐਨਸਥੈਟਿਕ ਦੀ, ਤੇ ਬ੍ਰੇਨ ਨੂੰ ਸੜਾ ਦੇਣਾ, ਬ੍ਰੇਨ ਨੂੰ ਡਲ ਕਰਨਾ। ਤੇ ਇਹਦਾ ਫੋਰਚੂਨੇਟਲੀ ਵੀ ਜਦੋਂ ਤੋਂ ਤੁਸੀਂ ਹਟ ਜਾਂਦੇ ਆ ਲੈਣ ਤੋਂ ਉਹ ਚੀਜ਼ ਤੇ ਤੁਹਾਡਾ ਬ੍ਰੇਨ ਰਿਕਵਰ ਕਰ ਜਾਂਦਾ ਹੈ। ਤੇ ਸੋ ਜਿਹੜੇ ਟਰੈਂਕੁਲਾਈਜ਼ਰ ਇਹਨਾਂ ਜੋਬ ਹੀ ਇਹੀ ਹੈ ਕਿ ਨਮ ਕਰਨਾ ਨਰਵਸ ਸਿਸਟਮ ਨੂੰ। ਹਾਂਜੀ, ਸੋ ਉਹਨਾਂ ਦਾ ਇਫੈਕਟ ਪੈ ਸਕਦਾ ਹੈ ਜੇ ਤੁਸੀਂ ਲੌਂਗ ਟਰਮ ਲੈਂਦੇ ਆ। ਤੇ ਪਰ ਨੋਰਮਲੀ ਤਾਂ ਉਹ ਹੁਣ ਅੱਜ ਕੱਲ੍ਹ ਜਿਹੜੇ ਟਰੈਂਕੁਲਾਈਜ਼ਰ
ਤੇ ਬਹੁਤ ਥੋੜੇ ਦਿਨਾਂ ਲਈ ਦਿੰਦੇ ਆ ਤੇ ਕਿ ਤੁਹਾਡੇ ਲੌਂਗ ਟਰਮ ਇਫੈਕਟ ਨਾ ਹੋਣ। ਡਾਕਟਰ ਸਾਹਿਬ ਇੱਕ ਬ੍ਰੇਨ ਨੂੰ ਸਮਝਣਾ ਬੜਾ ਬੜੀ ਫਨੀ ਚੀਜ਼ ਹੈ, ਬੜਾ ਕਲੈਵਰ ਚੀਜ਼ ਹੈ। ਇਹ ਕਿਸ ਤਰ੍ਹਾਂ ਕੰਮ ਕਰਦਾ ਹੈ ਬੜਾ ਓਨੈਸਟਲੀ ਕਹਿੰਦਾ ਬੜੀ ਦਫਾ ਗੱਲਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖੋ, ਫਿਰ ਬੜਾ ਛੋਟਾ ਬਹੁਤ ਥੋੜ੍ਹਾ ਟਾਈਮ ਰਹਿ ਗਿਆ। ਡਾਕਟਰ ਸਾਹਿਬ ਜਿਹੜੇ ਕਈ ਬੰਦੇ ਹੈਗੇ ਨੇ ਕੋਈ ਬੁੱਕ ਪੜ੍ਹਨੀ ਸ਼ੁਰੂ ਕਰਦੇ ਨੇ ਆਪਣਾ ਇਨਵੋਲਵ ਹੋਣ ਲਈ, ਅਤੇ ਉਹਨਾਂ ਦਾ ਬ੍ਰੇਨ ਇੰਨਾ ਐਕਟਿਵ ਹੁੰਦਾ ਅਤੇ ਉਹ ਬੁੱਕ ਪੜ੍ਹ ਰਹੇ ਨੇ ਲੇਕਿਨ ਦਿਮਾਗ ਕਿਤੇ ਹੋਰ ਚਲੇ ਜਾਂਦਾ। ਇਹ ਸਹੀ ਗੱਲ ਹੈਗੀ ਕਿ ਨਹੀਂ ਹੈਗੀ? ਹਾਂਜੀ ਹਾਂਜੀ, ਕਨਸੈਂਟਰੇਸ਼ਨ ਦੀ ਵੀ ਗੱਲ ਹੁੰਦੀ ਹੈ। ਹਾਂਜੀ ਚਲੋ ਡਾਕਟਰ ਸਾਹਿਬ MLR ਦਾ ਤੁਸੀਂ ਜਵਾਬ ਦੇਣਾ ਕਿਉਂਕਿ ਕਾਫੀ ਇੰਟਰਸਟਿੰਗ ਹੈਗਾ। ਅਸੀਂ ਥੋੜ੍ਹੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਤੁਹਾਨੂੰ ਫਿਰ ਬਾਅਦ ਆਪਣੀ ਗੱਲਬਾਤ ਜਾਰੀ ਰੱਖਾਂਗੇ। ਨੰਬਰ ਮੈਂ ਫਿਰ ਰਿਪੀਟ ਕਰ ਦੇਣਾ ਜੋ ਸਕਰੀਨ ਉੱਪਰ ਆ ਰਿਹਾ 0121 551 1001। ਪਲੀਜ਼ ਕਾਲ ਕਰੋ, ਕੋਸ਼ਿਸ਼ ਕਰੋ ਕਿ ਸ਼ੋਅ ਦੇ ਦਰਮਿਆਨ ਕਾਲ ਕਰਕੇ ਫਿਰ ਤੁਸੀਂ ਮੰਡੇ ਵੈਨਸਡੇ ਕਾਲ ਕਰਨਾ। ਕੀਪ ਵਾਚਿੰਗ, ਬਹੁਤੀ ਦੂਰ ਨਹੀਂ ਜਾਣਾ, ਅਸੀਂ ਆਪਣੀ ਗੱਲ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਦਾ ਸੈਕਿੰਡ ਪਾਰਟ। ਆਈ ਹੋਪ ਤੁਸੀਂ ਮਿਸ ਨਾ ਕੀਤਾ ਹੋਗਾ। ਪ੍ਰੋਗਰਾਮ ਬੜਾ ਇੰਟਰਸਟਿੰਗ ਹੈ, ਡਿਫਰੈਂਟ ਟੌਪਿਕ ਰਾਜ ਜੀ ਲੈ ਕੇ ਆਉਂਦੇ ਨੇ। ਅੱਜ ਦਾ ਬ੍ਰੇਨ ਬਾਰੇ ਅਸੀਂ ਡਿਸਕਸ ਕਰ ਰਹੇ ਨੇ। ਬਿਫੋਰ ਵੀ ਕੰਟੀਨਿਊ ਵਿਦ ਡਾਕਟਰ ਰਾਜ ਦੇ ਨਾਲ ਮੈਂ ਫਿਰ ਟੈਲੀਫੋਨ ਨੰਬਰ ਰਿਪੀਟ ਕਰਦਾ, ਬਹੁਤ ਇੰਪੋਰਟੈਂਟ ਹੈ ਕਿਉਂਕਿ ਕਈ ਲੋਕ ਕਹਿੰਦੇ ਨੇ ਹਾਲੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵਾਟ ਦੇ ਨੀਡ ਟੂ ਡੂ। ਮੋਸਟ ਇੰਪੋਰਟੈਂਟ ਥਿੰਗ ਹੈ ਕਿ ਡਾਕਟਰ ਵਿਲ ਨਾਟ ਕਾਲ ਯੂ, ਤੁਹਾਨੂੰ ਕਾਲ ਕਰਨਾ ਪਏਗਾ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11। ਐਗਜ਼ੈਕਟਲੀ 10-11 ਦੇ ਵਿੱਚ ਕਾਲ ਕਰਨਾ ਪਏਗਾ, ਨਾ ਤੇ ਪਹਿਲਾਂ ਤੇ ਨਾ ਤੇ ਬਾਅਦ। ਉਹ ਲਾਈਨ 1 ਘੰਟੇ ਲਈ ਖੁੱਲ੍ਹਦੀ ਹੈ, ਸਪੈਸ਼ਲੀ ਜੋ ਅਕਾਲ ਚੈਨਲ ਦੇ ਵਿਊਅਰਸ ਹੈਗੇ ਨੇ, ਅਸੀਂ ਉਹਨਾਂ ਲਈ ਐਲੋਕੇਟ ਕੀਤਾ ਗਿਆ ਨੰਬਰ। ਸੋ ਪਲੀਜ਼ ਮੇਕ ਸ਼ੋਰ ਤੁਸੀਂ ਲਾਈਨਾਂ ਕਾਫੀ ਬਿਜ਼ੀ ਨੇ ਐਟ ਦਾ ਮੋਮੈਂਟ। ਪੀਪਲ ਆਰ ਕਾਲਿੰਗ ਦੈਟ ਨੰਬਰ 0121 551 1001। ਜੀ ਡਾਕਟਰ ਜੀ। ਜੀ ਸੋ ਆਪਾਂ ਕਨਸੈਂਟਰੇਸ਼ਨ ਵਾਸਤੇ ਬਾਰੇ ਕਹਿ ਰਹੇ ਸੀ ਤੇ ਕਨਸੈਂਟਰੇਸ਼ਨ ਦਾ ਇਹਦੇ ਭਾਜੀ ਬ੍ਰੇਨ ਵਿੱਚ ਅਲੱਗ-ਅਲੱਗ ਏਰੀਆ ਆ ਹਰੇਕ ਫੰਕਸ਼ਨ ਲਈ। ਜੀ ਜਿੱਦਾਂ ਕਿ ਮੈਮਰੀ ਲਈ ਅਲੱਗ ਆ, ਇੱਦਾਂ ਹੀ ਕਨਸੈਂਟਰੇਸ਼ਨ ਲਈ ਅਲੱਗ ਆ। ਸੋ ਡਿਪੈਂਡ ਕਰਦਾ ਕਿ ਕਿਹੜਾ ਬ੍ਰੇਨ ਦਾ ਏਰੀਆ ਜ਼ਿਆਦਾ ਐਕਟਿਵ ਆ। ਹਾਂਜੀ, ਤੇ ਇੱਕ ਤਾਂ ਹੈਗਾ ਵੀ ਤੁਹਾਨੂੰ ਜਿਹੜੇ ਕਨਸੈਂਟਰੇਸ਼ਨ ਜਾ ਕੇ ਫੋਕਸ ਕਰਨਾ, ਇੱਕ ਤਾਂ ਉਹ ਤੁਹਾਨੂੰ ਟ੍ਰੇਨਿੰਗ ਵੀ ਕਰਨੀ ਪੈਂਦੀ ਬ੍ਰੇਨ ਨੂੰ। ਹਾਂਜੀ, ਤੇ ਜਿੱਦਾਂ ਆਪਾਂ ਹੁਣ ਪਾਠ ਕਰਦੇ ਹਾਂ ਤੇ ਆਪਾਂ ਪਾਠ ਕਰਦੇ ਕਰਦੇ ਸਾਡਾ ਦਿਮਾਗ ਕਈ ਵਾਰੀ ਹੋਰੇ ਕਿਤੇ ਪਹੁੰਚ ਜਾਂਦਾ ਹੈ। ਹਾਂਜੀ, ਇੱਦਾਂ ਹੀ ਆ ਜਾਂ ਆਪਾਂ ਬੁੱਕ ਪੜ੍ਹਦੇ ਹਾਂ ਤੇ ਉਹ ਸਾਡਾ ਦਿਮਾਗ ਕਈ ਵਾਰੀ ਹੋਰੇ ਕਿਤੇ ਪਹੁੰਚ ਜਾਂਦਾ ਤੇ ਹੈਗਾ ਐਕਚੁਅਲੀ ਨੈਚੁਰਲ ਚੀਜ਼ ਆ ਇਹ। ਬਸ ਸਾਨੂੰ ਆਪਣਾ ਕਨਸੈਂਟਰੇਸ਼ਨ ਰੱਖਣਾ ਪੈਂਦਾ ਹੈ, ਵਾਰ-ਵਾਰ ਸਾਨੂੰ ਉੱਥੇ ਜਾਣਾ ਪੈਂਦਾ ਵਾਪਸ ਜਿੱਥੇ ਆਪਾਂ ਕਨਸੈਂਟਰੇਸ਼ਨ ਕਰਦੇ ਹਾਂ। ਤੇ ਇਹ ਐਕਚੁਅਲੀ ਬ੍ਰੇਨ ਦੀ ਟ੍ਰੇਨਿੰਗ ਹੈ ਇੱਕ ਤਰ੍ਹਾਂ ਦੀ। ਡਾਕਟਰ ਸਾਹਿਬ ਇੱਕ ਤਾਂ ਠੀਕ ਹੈਗਾ, ਜਨਰਲ ਨੌਲੇਜ ਹੈ ਕਿ ਤੁਸੀਂ ਆਪਣਾ ਬ੍ਰੇਨ ਨੂੰ ਫਰੈਸ਼ ਰੱਖਣਾ, ਤੇਜ਼ ਰੱਖਣਾ, ਸਮਾਰਟ ਰੱਖਣਾ, ਅਵੇਅਰਨੈਸ ਰੱਖਣਾ ਕਿ ਤੁਸੀਂ ਬੁੱਕਾਂ ਵਗੈਰਾ ਅਤੇ ਨਿਊਜ਼ਪੇਪਰ ਵਗੈਰਾ ਤੁਸੀਂ ਪੜ੍ਹੋ। ਉਹਦੇ ਨਾਲ ਤੁਹਾਨੂੰ ਐਜੂਕੇਸ਼ਨ ਹੁੰਦੀ, ਤੁਸੀਂ ਅਵੇਅਰ ਹੁੰਦੇ ਦੁਨੀਆ 'ਚ ਕੀ ਹੋ ਰਿਹਾ, ਤਾਂ ਬ੍ਰੇਨ ਟਿਕ ਕਰਕੇ ਚੱਲਦਾ ਹੈਗਾ ਆ। ਲੇਕਿਨ ਕੋਈ ਇੱਦਾਂ ਦੀ ਓਨੈਸਟਲੀ ਕਈ ਦਫਾ ਬੰਦਾ ਡਾਕਟਰ ਸਾਹਿਬ ਕਈ ਦਫਾ ਜਦੋਂ ਤੁਸੀਂ ਗੱਲ ਕਰਦੇ ਨਾ, ਕਈ ਬੰਦੇ ਇੰਨੇ ਸ਼ਾਰਪ ਹੁੰਦੇ ਨੇ ਨਾ, ਦੇ ਹੈਵ ਦੀ ਆਨਸਰਸ ਰੈਡੀ ਫॉर ਯੂ। ਔਰ ਕਈ ਬੰਦੇ ਹੁੰਦੇ ਮੈਂ ਉਹ ਕਹਿੰਦਾ ਯਾਰ ਮੈਂ ਇਹ ਕਹਿਣਾ ਸੀਗਾ, ਉਹਨਾਂ ਨੂੰ ਥੋੜ੍ਹੀ ਟਾਈਮ ਨਿਕਲ ਤੋਂ ਬਾਅਦ ਯਾਦ ਆਉਂਦਾ। ਇਹ ਕਿਉਂ ਹੁੰਦਾ ਡਿਲੇ ਫੈਕਟਰ ਇਹਦੇ ਵਿੱਚ? ਸੋ ਭਾਜੀ ਕਈਆਂ ਦੀ ਏਦਾਂ ਨੈਚੁਰਲ ਐਬਿਲਿਟੀ ਵੀ ਹੁੰਦੀ ਹੈ ਨਾ, ਕਈਆਂ ਦੇ ਬ੍ਰੇਨ ਜ਼ਿਆਦਾ ਸ਼ਾਰਪ ਆ, ਕਈਆਂ ਦੀ ਮੈਮਰੀ ਜ਼ਿਆਦਾ ਸ਼ਾਰਪ ਆ। ਸੋ ਇਹ ਤੁਸੀਂ ਕਹਿ ਸਕਦੇ ਵੀ ਮੇ ਬੀ ਜੈਨੇਟਿਕ ਫੈਕਟਰ ਹੈਗਾ ਉਹਨਾਂ ਦਾ, ਵੀ ਉਹਨਾਂ ਦੀ ਫੈਮਿਲੀ 'ਚ ਜਿਹੜੇ ਸੀਗੇ ਉਹ ਸਾਰੇ ਤਕਰੀਬਨ ਜ਼ਿਆਦਾ ਉਹਨਾਂ ਦਾ ਬ੍ਰੇਨ ਕੰਮ ਕਰਦੇ ਸੀ। ਹਾਂਜੀ, ਜ਼ਿਆਦਾ ਇੰਟੈਲੈਕਚੁਅਲ ਸੀ। ਸੋ ਇਹ ਅਲੱਗ-ਅਲੱਗ ਬਿਮਾਰੀ ਤਾਂ ਨਹੀਂ ਹੈਗੀ ਹੈ ਨਾ ਕਿਸੇ ਦੀ, ਪਰ ਇੱਦਾਂ ਹੀ ਕਈ ਜ਼ਿਆਦਾ ਇੰਟੈਲੈਕਚੁਅਲ ਹੁੰਦੇ, ਜ਼ਿਆਦਾ ਕਲੈਵਰ ਹੁੰਦੇ ਆ ਤੇ ਕਈਆਂ ਨੂੰ ਗੱਲ ਜ਼ਿਆਦਾ ਫੁਰਦੀ ਆ, ਕਈ ਹੌਲੀ-ਹੌਲੀ ਸੋਚ ਕੇ ਜਵਾਬ ਦਿੰਦੇ ਆ। ਸੋ ਇਹ ਨੈਚੁਰਲ ਜਿਹੀ ਚੀਜ਼ ਹੈ। ਭਾਜੀ ਕੋਈ ਖੁਰਾਕ ਹੋਣੀ ਚਾਹੀਦੀ ਹੈ ਦਿਮਾਗ ਨੂੰ ਤੇਜ਼ ਕਰਨ ਦੀ। ਜੇ ਹਾਂਜੀ, ਹਿਸਾਬ ਹੋਵੇ ਤਾਂ ਸਾਰੀ ਦੁਨੀਆ ਖਾਣੀ ਸ਼ੁਰੂ ਕਰ ਦੇਵੇ। ਹਾਂ, ਆਪਣੇ ਤਾਂ ਬਦਾਮ ਤਾਂ ਅਖਰੋਟ ਦੱਸੇ ਵਾ ਤੇ ਇੱਕ ਇੰਟਰਸਟਿੰਗ ਜਿਹੀ ਚੀਜ਼ ਹੈ ਜੇ ਆਪਾਂ ਅਖਰੋਟ ਦੇਖੀਏ ਨਾ, ਉਹਦਾ ਸ਼ੇਪ ਐਕਚੁਅਲੀ ਬ੍ਰੇਨ ਵਰਗੀ ਹੈ ਐਗਜ਼ੈਕਟਲੀ। ਹਾਂਜੀ, ਜੇ ਆਪਾਂ ਬ੍ਰੇਨ ਦੀ ਪਿਕਚਰ ਦੇਖੀਏ ਨਾ, ਉਹ ਅਖਰੋਟ ਦੇ ਨਾਲ ਇੱਕਦਮ ਮਿਲਦੀ ਆ। ਡਾਕਟਰ ਸਾਹਿਬ ਅਸੀਂ ਇੱਕ ਕਲਿੱਪ ਦੇਖਾਂਗੇ ਜਿੱਥੇ ਬ੍ਰੇਨ ਸ਼ਰਿੰਕ ਹੁੰਦਾ, ਪਰ ਉਹ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਹਾਂਗਾ। ਜਦੋਂ ਵੀ ਬੱਚਾ ਕੋਈ ਹੁੰਦਾ ਨਾ, ਤੁਸੀਂ ਫਟਾਫਟ ਕਹਿੰਦਾ ਇਹ ਤਾਂ ਪਿਓ 'ਤੇ ਗਿਆ ਜਾਂ ਇਹ ਤਾਂ ਮਾਂ 'ਤੇ ਗਿਆ ਹੈ। ਜਿਹੜਾ ਜਾਸਤੀ ਬੋਲਦਾ ਵੇ ਤੇ ਬੱਚੇ ਨੂੰ ਉਹੀ ਬਲੇਮ ਦਿੱਤਾ ਜਾਂਦਾ ਹੈ, ਉਹਦੇ ਵਰਗੇ ਹੋ ਗਿਆ। ਇਹਦੇ 'ਚ ਕਿੰਨੀ ਕੁ ਹਕੀਕਤ ਹੈ ਇਹਦੇ ਵਿੱਚ?
ਨਹੀਂ ਨਹੀਂ ਇਹ ਤਾਂ ਐਵੇਂ ਨਹੀਂ ਹੀ ਨਹੀਂ ਪਾਈਆ ਭਾਜੀ ਯਾ ਚਲੋ ਇਹ ਤੇ ਪਤਾ ਹੈ ਬੜੀ ਫੜੀ ਗੱਲ ਅਸੀਂ ਪਹਿਲਾਂ ਕਲਿੱਪ ਦੇਖਦੇ ਫਿਰ ਅੱਗੇ ਆਪਣੀ ਗੱਲਬਾਤ ਜਾਰੀ ਰੱਖਾਂਗੇ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਆਹ ਨਾਰਮਲ ਬ੍ਰੇਨ ਆ ਤੇ ਆਹ ਐਲਜ਼ਾਈਮਰਸ ਦੇ ਪੇਸ਼ੈਂਟ ਦਾ ਬ੍ਰੇਨ ਆ ਤੇ ਤੁਸੀਂ ਦੇਖ ਸਕਦੇ ਆ ਇਹ ਬ੍ਰੇਨ ਕਾਫੀ ਛੋਟਾ ਹੋ ਗਿਆ ਨਾਰਮਲ ਦੇ ਨਾਲੋਂ ਤੇ ਇਹਦੇ ਵਿੱਚ ਇਹ ਪਲੈਕਸ ਜਿੱਥੇ ਇਹ ਟੌਕਸਿਨਸ ਜੰਮ ਜਾਂਦੇ ਆ ਤੇ ਟੈਂਗਲਸ ਇਹਨੂੰ ਕਹਿੰਦੇ ਆ ਤੇ ਗਲੁੰਝਾਂ ਜਿਹੀਆਂ ਪੈ ਜਾਂਦੀਆਂ ਨਰਵ ਸੈਲਸ ਦੀਆਂ ਤੇ ਇੱਥੇ ਨਾਰਮਲ ਬ੍ਰੇਨ ਵਿੱਚ ਤੁਸੀਂ ਦੇਖ ਸਕਦੇ ਪਏ ਜਿਹੜੀ ਆ ਬ੍ਰੇਨ ਦੇ ਸੈੱਲ ਆ ਨਰਵ ਸੈੱਲ ਉਹ ਨਾਰਮਲ ਆ ਤੇ ਇਹਦੇ ਕਾਫੀ ਫਰਕ ਆ ਦੇਖੋ ਜੀ ਕਿ ਬ੍ਰੇਕ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਜਦੋਂ ਬ੍ਰੇਨ ਛੋਟਾ ਹੁੰਦਾ ਤੇ ਡਾਕਟਰ ਜੀ ਥੋੜਾ ਬਹੁਤਾ ਹੋਰ ਐਕਸਪਲੇਨ ਕਰੋ ਇਹਦੇ ਬਾਰੇ ਥੋੜਾ ਐਲੈਬੋਰੇਟ ਕਰੋਗੇ ਥੋੜਾ ਜਿਹਾ ਹਾਂਜੀ ਭਾਜੀ ਦੈਟਸ ਰਾਈਟ ਸੋ ਜਿੱਦਾਂ ਮੈਂ ਦੱਸਿਆ ਵੀ ਇਹ ਟੌਕਸਿਨਸ ਜਿਹੜੇ ਖਾਸ ਕਰਕੇ ਮੇਰਾ ਤਾਂ ਅੰਦਾਜ਼ਾ ਇਹੀ ਆ ਵੀ ਖਾਸ ਕਰਕੇ ਟੌਕਸਿਨਸ ਕਰਕੇ ਪ੍ਰੋਬਲਮ ਹੁੰਦਾ ਹੈ ਤੇ ਜਿੱਦਾਂ ਵੀ ਮਰਕਰੀ ਲੈਡ ਜਾਂ ਐਲੂਮੀਨੀਅਮ ਤੁਹਾਡੇ ਬ੍ਰੇਨ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਉਹ ਤੁਹਾਡੀ ਜਿਹੜੀ ਬ੍ਰੇਨ ਹੈ ਉਹ ਆਪਣੇ ਆਪ ਦੀ ਸਫਾਈ ਨਹੀਂ ਕਰ ਸਕਦਾ ਤੇ ਇਹ ਚੀਜ਼ਾਂ ਉੱਥੇ ਜਮ੍ਹਾਂ ਹੋ ਜਾਂਦੀਆਂ ਤੇ ਅਨਯੂਜੂਅਲ ਚੀਜ਼ ਜਿਹੜੀ ਕੋਈ ਹੁੰਦੀ ਫਿਰ ਉੱਥੇ ਉਹ ਬੋਡੀ ਕੋਸ਼ਿਸ਼ ਕਰਦੀ ਵੀ ਇਹਨੂੰ ਕਿਸੇ ਨਾ ਕਿਸ ਤਰ੍ਹਾਂ ਕੱਢੀਏ ਤੇ ਉੱਥੇ ਫਿਰ ਸੋਜ ਪੈ ਜਾਂਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਆਪਣਾ ਉਹ ਫਿਰ ਜਿਹੜੀ ਬ੍ਰੇਨ ਸੈਲਸ ਹੈ ਉਹ ਆਪਣੇ ਆਪ ਦਾ ਰਿਪੇਅਰ ਨਹੀਂ ਕਰ ਸਕਦੇ ਆਪਣੇ ਆਪ ਸਿਸਟਮ ਦਾ ਕਲੀਨ ਨਹੀਂ ਕਰ ਸਕਦਾ ਕਿਉਂਕਿ ਹਰੇਕ ਤੁਹਾਡਾ ਬੋਡੀ ਦਾ ਆਰਗਨ ਜਿਹੜਾ ਉਹ ਆਪਣੇ ਆਪ ਨੂੰ ਰਿਪੇਅਰ ਕਰਦਾ ਹੈ ਤੇ ਕਲੀਨ ਕਰਦਾ ਹੈ ਠੀਕ ਹੈ ਤੇ ਜਿਹੜਾ ਉੱਥੇ ਸੈਲਸ ਜਿਹੜੇ ਮਰ ਜਾਂਦੇ ਆ ਉਹਨਾਂ ਨੂੰ ਕਲੀਨ ਕਰ ਦਿੰਦੇ ਆ ਉਹਨਾਂ ਨੂੰ ਐਕਸਪੈਲ ਕਰ ਦਿੰਦੇ ਆ ਪਰ ਇਹ ਕੰਮ ਹੋ ਨਹੀਂ ਰਿਹਾ ਇਸੇ ਕਰਕੇ ਫਿਰ ਤੁਹਾਡਾ ਬ੍ਰੇਨ ਜਿਹੜਾ ਉਹ ਸੈਲਸ ਮਰਦੇ ਰਹਿੰਦੇ ਆ ਤੇ ਰੀਪਲੇਸ ਹੁੰਦੇ ਨਹੀਂਗੇ ਸੋ ਮੈਮਰੀ ਘਟਦੀ ਰਹਿੰਦੀ ਹੈ ਕਨਸੈਂਟਰੇਸ਼ਨ ਘਟਦਾ ਰਹਿੰਦਾ ਹੈ ਤੇ ਫਿਰ ਉਹ ਫਿਰ ਡੈਮੇਜ ਇਨਕਰੀਸ ਹੁੰਦੀ ਰਹਿੰਦੀ ਘਟਦੀ ਨਹੀਂਗੀ ਇਸੇ ਕਰਕੇ ਇਹਨਾਂ ਕੋਲ ਐਲੋਪੈਥੀ ਸਿਸਟਮ ਵਿੱਚ ਕੋਈ ਇਹਦਾ ਇਲਾਜ ਨਹੀਂ ਹੈਗਾ ਤੇ ਕੁਝ ਦਵਾਈਆਂ ਦਿੰਦੇ ਆ ਇਹ ਉਹਨਾਂ ਨੂੰ ਕਹਿੰਦੇ ਆ ਡੋਨੈਪਿਜ਼ਲ ਜਾਂ ਰਿਵਰਸਟਿਕਮੀਨ ਤੇ ਇੱਕ ਹੋਰ ਗਲੈਂਟਾਮੀਨ ਪਰ ਇਹ ਦਵਾਈਆਂ ਕੋਈ ਖਾਸ ਕੰਮ ਨਹੀਂ ਕਰਦੀਆਂ ਹੈਗੀਆਂ ਤੇ ਉਹਨਾਂ ਨੂੰ ਵੀ ਪਤਾ ਹੈ ਉਹ ਵੀ ਦੱਸ ਦਿੰਦੇ ਕਿ ਇਹ ਨਹੀਂ ਤੁਹਾਨੂੰ ਠੀਕ ਤਾਂ ਨਹੀਂ ਕਰਨਾ ਹੈਗਾ ਪਰ ਚਾਂਸ ਹੈਗਾ ਵੀ ਇਹ ਥੋੜੀ ਜਿਹਾ ਬਿਮਾਰੀ ਦੇ ਪ੍ਰੋਗਰੈਸ਼ਨ ਜਿਹੜੀ ਉਹਨੂੰ ਸਲੋ ਕਰ ਦੇਣ ਤੇ ਇਹ ਬਿਮਾਰੀ ਬਹੁਤ ਹੀ ਤੇਜ਼ੀ ਦੇ ਨਾਲ ਨਾ ਵਧੇਗੀ ਸੋ ਇਹਦਾ ਕੋਈ ਇਨਕੰਪਲੀਟ ਜਿਹਾ ਸਿਸਟਮ ਹੈਗਾ ਵੀ ਇਹਦਾ ਕੋਈ ਖਾਸ ਹੈਲਪ ਨਹੀਂ ਹੈਗੀ ਐਲੋਪੈਥਿਕ ਸਿਸਟਮ ਵਿੱਚ ਤੇ ਅਸੀਂ ਇਹ ਪ੍ਰੋਡਕਟ ਹੁਣ ਇੱਥੇ ਯੂਜ਼ ਕਰਦੇ ਹਾਂ ਤੇ ਜਿਹੜੇ ਐਂਜ਼ਾਈਮਸ ਉੱਥੇ ਰਿਪੇਅਰ ਕਰਨ ਤੇ ਕਲੀਨ ਕਰਨ ਸਿਸਟਮ ਨੂੰ ਤੇ ਜਿੱਦਾਂ ਆਪਾਂ ਸਮਝਾਇਆ ਸੀ ਵੀ ਜਿਹੜੀਆਂ ਹਾਰਟ ਦੀਆਂ ਨਾੜੀਆਂ ਉਹਨਾਂ ਨੂੰ ਅਸੀਂ ਕਲੀਨ ਕਰ ਦਈਦਾ ਤੇ ਐਂਜ਼ਾਈਮ ਸਿੱਧ ਕਰ ਸਕਦੇ ਤੇ ਅਸੀਂ ਇੱਕ ਹੋਰ ਪ੍ਰੋਡਕਟ ਯੂਜ਼ ਕਰਦੇ ਹਾਂ ਜਿਹੜਾ ਇਹਦਾ ਹੈਵੀ ਮੈਟਲਸ ਖਾਸ ਕਰਕੇ ਮਰਕਰੀ ਉਹਨੂੰ ਬਾਈਂਡ ਕਰ ਲੈਂਦਾ ਉਹਦੇ ਨਾਲ ਕੁਝ ਲਿੰਕ ਬਣਾ ਕੇ ਤੇ ਉਹਨੂੰ ਕਿਡਨੀਜ਼ ਦੇ ਪਿਸ਼ਾਬ ਦੇ ਰਾਹ ਉਹਨੂੰ ਫਲਸ਼ ਕਰ ਦਿੰਦਾ ਹੈ ਸੋ ਇੱਥੇ ਕਾਫੀ ਵਧੀਆ ਰਿਜ਼ਲਟ ਆ ਰਹੇ ਤੇ ਇੱਥੇ ਅਸੀਂ ਕਾਫੀ ਰਿਸਰਚ ਕੀਤੀ ਹੈ ਜੀ ਭਾਈ ਡਾਕਟਰ ਸਾਹਿਬ ਬਹੁਤ ਬਹੁਤ ਇੰਟਰਸਟਿੰਗ ਮੈਂ ਥੋੜੀ ਜੀ ਆਪਣੀ ਤਾਰੀਫ ਨਹੀਂ ਕਰਦਾ ਲੇਕਿਨ ਮੈਂ ਉਸ ਤਰ੍ਹਾਂ ਪੁਆਇੰਟ ਆਊਟ ਕਰਨਾ ਚਾਹੁੰਦਾ ਜੋ ਅੱਜ ਸ਼ੋ ਡਾਕਟਰ ਜੀ ਕਰ ਰਹੇ ਨੇ 5 ਮਿੰਟ ਪਹਿਲਾਂ ਜਾਂ 1 ਮਿੰਟ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਡਾਕਟਰ ਜੀ ਨੇ ਕੀ ਗੱਲ ਕਰਨੀ ਹੈ ਮੇਰੇ ਪਾਸ ਕੋਈ ਕਿਤਾਬ ਨਹੀਂ ਕੋਈ ਬੁੱਕ ਨਹੀਂ ਮੈਂ ਕੁਛ ਨਹੀਂ ਲਿਖਿਆ ਜੋ ਸਵਾਲ ਹੈਗੇ ਨੇ ਮੈਂ ਡਾਕਟਰ ਜੀ ਦੀ ਗੱਲ ਸੁਣ ਰਿਹਾ ਕੋਸ਼ਿਸ਼ ਕਰਦਾ ਕਿ ਨਾਲ ਦੀ ਨਾਲ ਮੇਰਾ ਦਿਮਾਗ 'ਚ ਲਾਵਾਂ ਤਾਂ ਕਿ ਤੁਹਾਨੂੰ ਮੈਂ ਸਵਾਲ ਪੁੱਛ ਸਕਾਂ ਤੇ ਡਾਕਟਰ ਸਾਹਿਬ ਅਸੀਂ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਆਮ ਸਭ ਤੋਂ ਪਹਿਲਾਂ ਕਹਿੰਦਾ ਇੱਕ ਦਵਾ ਕੰਮ ਕਰਦੀ ਹੈ ਤੇ ਇੱਕ ਪੋਜ਼ਿਟਿਵ ਰਹਿਣਾ ਕੰਮ ਕਰਦਾ ਹੈ ਅਗਰ ਤੁਹਾਡਾ ਦਿਮਾਗ ਹੀ ਪੋਜ਼ਿਟਿਵ ਨਹੀਂ ਹੈਗਾ ਤੇ ਤੁਸੀਂ ਬਿਮਾਰੀਆਂ ਨੂੰ ਕਿੱਦਾਂ ਫਾਈਟ ਕਰ ਸਕਦੇ ਹੋ ਹਾਂਜੀ true ਭਾਜੀ ਤੇ ਇਦਾਂ ਹੀ ਆ ਵੀ ਜਿਹੜੇ ਲੋਕੀ ਹਰ ਵੇਲੇ ਨੈਗੇਟਿਵ ਰਹਿੰਦੇ ਆ ਜਾਂ ਹਰ ਵੇਲੇ ਡਿਪਰੈਸ਼ਨ 'ਚ ਰਹਿੰਦੇ ਆ ਤੇ ਉਹਨਾਂ ਦਾ ਸਰੀਰ ਜਿਹੜਾ ਆ ਉਹ ਬਿਮਾਰੀ ਦੇ ਨਾਲ ਨਹੀਂ ਬਹੁਤਾ ਫਾਈਟ ਕਰ ਸਕਦਾ ਇਹ ਕੋਈ ਗੱਲ ਆ ਤੇ ਇਹਨੂੰ ਜੀਵਨ ਸ਼ਕਤੀ ਕਹਿ ਲਓ ਵਾਈਟੈਲਿਟੀ ਕਹਿ ਲਓ ਤੇ ਇਹ ਜ਼ਰੂਰੀ ਆ ਕੋਈ ਵੀ ਬਿਮਾਰੀ ਹੁੰਦੀ ਆ ਤੁਹਾਡਾ ਸਰੀਰ ਕੋਸ਼ਿਸ਼ ਕਰਦਾ ਉਹਨੂੰ ਫਾਈਟ ਕਰਨ ਦੀ ਪਰ ਜੇ ਤੁਹਾਡਾ ਐਟੀਟਿਊਡ ਬਿਲਕੁਲ ਗਲਤ ਆ ਤਾਂ ਉਹ ਫਿਰ ਰਿਐਕਸ਼ਨ ਹੁੰਦਾ ਨਹੀਂ ਭਾਜੀ ਡਾਕਟਰ ਸਾਹਿਬ ਇਹਦੇ ਨਾਲ ਦੀ ਨਾਲ ਹੀ ਹੁਣ ਜਿੱਦਾਂ ਤੁਸੀਂ ਗੱਲ ਕਹੀ ਹੈ ਜਦੋਂ ਮੈਂ ਬਿਗਨਿੰਗ 'ਚ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਸਟਾਰਟ ਦੇ ਹੋਣ ਵਿੱਚ ਕਿ ਜਦੋਂ ਤੁਹਾਨੂੰ ਕੋਈ ਬਿਮਾਰੀ ਤੁਹਾਨੂੰ ਸਾਈਨ ਹੁੰਦਾ ਤੁਸੀਂ ਕਹਿੰਦੇ ਮੈਨੂੰ ਭੁੱਲ ਗਿਆ ਮੈਂ ਉੱਪਰ ਚੀਜ਼ ਲੈਣ ਗਿਆ ਤੇ ਮੈਨੂੰ ਯਾਦ 2 ਮਿੰਟ ਬਾਅਦ ਯਾਦ ਆਉਂਦੀ ਹੈ ਡਾਕਟਰ ਜੀ ਇਜ਼ ਇਟ ਸਮਥਿੰਗ ਯੂ ਸ਼ੁੱਡ ਟੇਕ ਔਨ ਬੋਰਡ ਕਿ ਹਾਂ ਮੈਨੂੰ ਵਾਕਿਆ ਬਿਮਾਰੀ ਹੈਗੀ ਆ ਉਹ ਜਾਂ ਤੁਸੀਂ ਫਾਈਟ ਕਰੋ ਕਿ ਨਹੀਂ ਮੈਂ ਆਪਣਾ ਬ੍ਰੇਨ ਸ਼ਾਰਪ ਕਰਨਾ ਮੈਂ ਸੋਚਾਂਗਾ ਮੈਂ ਪੋਜ਼ਿਟਿਵ ਕਰਾਂਗਾ
ਉਹਦੇ ਨਾਲ ਕੋਈ ਫਰਕ ਪਏਗਾ ਇੱਦਾਂ ਕਿਸੇ ਤਰੀਕੇ ਨਾਲ? ਯੂ ਨੀਡ ਟੂ ਐਕਸੈਪਟ ਇਟ, ਯੂ ਹੈਵ ਅ ਪ੍ਰੋਬਲਮ, ਔਰ ਯੂ ਨੀਡ ਟੂ ਨਾਟ ਡਿਨਾਈ ਲੇਕਿਨ ਫਾਈਟ ਇਟ ਕਿ ਮੈਂ ਨਹੀਂ, ਮੇਰੀ ਸੋਚ ਨੂੰ ਮੈਂ ਕੁਝ ਖਰਾਬ ਨਹੀਂ ਹੋਣ ਦੇਵਾਂਗਾ। ਹਾਂਜੀ, ਸੋ ਆਪਣੇ ਆਪ ਸੋਚਣਾ ਚਾਹੀਦਾ ਤੇ ਹਨਾ, ਤੋਂ ਪਤਾ ਲੱਗੇ ਜਾਂਦਾ ਵੀ ਮੇਰੀ ਮੈਮਰੀ ਇੰਨੀ ਸ਼ਾਰਪ ਸੀ ਪਹਿਲਾਂ ਤੇ ਹੁਣ ਇੰਨੀ ਸ਼ਾਰਪ ਨਹੀਂ ਹੈਗੀ ਮੈਮਰੀ, ਤੇ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਹੈ। ਸੋ ਤੁਹਾਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਉਸ ਵੇਲੇ। ਤੇ ਖਾਸ ਕਰਕੇ ਉਹ ਕਹਿੰਦੇ ਕਿ ਜੇ ਤੁਸੀਂ ਕੋਈ ਨਵਾਂ ਕੰਮ ਸਿੱਖੋ ਹਨਾ, ਤੇ ਉਹਦੇ ਨਾਲ ਤੁਹਾਡੇ ਬ੍ਰੇਨ ਸੈਲਸ ਵੱਧਦੇ ਆ ਐਕਚੁਅਲੀ। ਤੇ ਇਹ ਇੱਕ ਨੈਟਵਰਕ ਆ, ਜਿੱਦਾਂ ਇੰਟਰਨੈਟ ਦਾ ਨੈਟਵਰਕ ਆ ਨਾ, ਇਦਾਂ ਹੀ ਤੁਹਾਡੇ ਬ੍ਰੇਨ ਦਾ ਨੈਟਵਰਕ ਆ। ਉਹ ਸਾਰੇ ਸੈਲਸ ਜਿਹੜੇ ਆ ਉਹਨਾਂ ਦਾ ਕਨੈਕਸ਼ਨ ਹੈ ਇੱਕ ਦੂਜੇ ਦੇ ਨਾਲ। ਤੇ ਇਹ ਕਨੈਕਸ਼ਨ ਵਧਾਉਣ ਲਈ ਉਹ ਕਹਿੰਦੇ ਕੋਈ ਨਵਾਂ ਕੰਮ ਸ਼ੁਰੂ ਕਰੋ, ਤੁਸੀਂ ਨਵਾਂ ਕੰਮ ਸਿੱਖੋ। ਜਿੱਦਾਂ ਵੀ ਤੁਸੀਂ ਕੋਈ ਫੋਰ ਐਗਜ਼ਾਮਪਲ ਬਾਜਾ ਵਜਾਉਣਾ ਸਿੱਖ ਲਓ ਹਨਾ। ਜਦੋਂ ਤੁਸੀਂ ਨਵੀਂ ਚੀਜ਼ ਸਿੱਖਦੇ ਆ ਤਾਂ ਉਹ ਤੁਹਾਡੇ ਬ੍ਰੇਨ ਸੈਲਸ ਵਧਣ ਲੱਗ ਪੈਂਦੇ ਆਟੋਮੈਟਿਕਲੀ। ਡਾਕਟਰ ਜੀ ਵੈਰੀ ਵੈਰੀ ਇੰਟਰਸਟਿੰਗ। ਹੋਰ ਮੇਰੇ ਦਿਮਾਗ 'ਚ ਗੱਲ ਆਈ ਹੈ, ਕਹਿੰਦੇ ਹੁੰਦੇ ਨੇ ਬੇਲਾ ਬ੍ਰੇਨ ਸ਼ੈਤਾਨ ਦਾ ਘਰ ਹੁੰਦਾ। ਇਟਸ ਨਾਟ ਅ ਸੇਇੰਗ, ਇਟਸ ਅ ਟਰੂ ਫੈਕਟ ਹੁੰਦਾ ਜੋ ਤੁਸੀਂ ਕਹਿ ਕੇ ਹਟੇ ਹੋ ਕਿ ਤੁਸੀਂ ਆਪਣੇ ਬ੍ਰੇਨ ਨੂੰ ਨਾ ਆਲਵੇਜ਼ ਆਕੂਪਾਈਡ ਰੱਖੋ, ਬਿਜ਼ੀ ਰੱਖੋ ਉਹਨੂੰ। ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੌਬੀ ਕਰੋ, ਕੁਛ ਨਾ ਕੁਛ ਕਰੋ ਤਾਂ ਕਿ ਤੁਸੀਂ ਨੈਗੇਟਿਵ ਤੁਹਾਡੇ ਦਿਮਾਗ ਸੋਚ ਵਿੱਚ ਨਹੀਂ ਜਾਣੀ ਚਾਹੀਦੀ। ਉਹਦੇ ਬਾਰੇ ਤੁਸੀਂ ਕੀ ਕਹੋਗੇ ਡਾਕਟਰ ਸਾਹਿਬ? ਹਾਂਜੀ ਭਾਜੀ, ਟਰੂ ਗੱਲ ਆ ਵੀ ਜੇ ਤੁਸੀਂ ਕੋਈ ਚੰਗਾ ਕੰਮ ਨਹੀਂ ਕਰਦੇ ਹੈਗੇ ਤੇ ਤੁਸੀਂ ਆਪਣਾ ਬ੍ਰੇਨ ਨਹੀਂ ਐਕਟਿਵ ਰੱਖਦੇ ਹੈਗੇ, ਉਹ ਫਿਰ ਤੁਹਾਨੂੰ ਉਦਾਂ ਦੀਆਂ ਗਲਤ ਫਲਤ ਗੱਲਾਂ ਜਿਹੜੀਆਂ ਉਹ ਤੁਹਾਡੇ ਦਿਮਾਗ 'ਚ ਮਿੱਲੋ ਮੱਲੀ ਆਉਂਦੀਆਂ ਰਹਿੰਦੀਆਂ। ਇਹ ਪਤਾ ਨਹੀਂ ਕੀ ਗੱਲ ਆ, ਪਰ ਇਹ ਨੈਚੁਰਲੀ ਚੀਜ਼ ਆ, ਕੁਦਰਤੀ ਆ ਵੀ ਅਸੀਂ ਜਿਹੜੀਆਂ ਨੈਗੇਟਿਵ ਚੀਜ਼ਾਂ ਉਹਨਾਂ ਤੇ ਜ਼ਿਆਦਾ ਧਿਆਨ ਦੇਈਦਾ ਵਾ, ਬਿਲਕੁਲ। ਪੋਜ਼ਿਟਿਵ ਤੇ ਘੱਟ ਦੇਈਦਾ ਵਾ। ਤੇ ਜ਼ਰੂਰੀ ਆ ਵੀ ਤੁਸੀਂ ਉਹਨੂੰ ਕੋਸ਼ਿਸ਼ ਕਰੋ। ਇਹ ਵੀ ਬ੍ਰੇਨ ਟ੍ਰੇਨਿੰਗ ਹੈ ਆਪਣੀ, ਤੇ ਤੁਸੀਂ ਉੱਦਾਂ ਦੇ ਜਿਹੜੇ ਨੈਗੇਟਿਵ ਥੋਟਸ ਉਹਨਾਂ ਨੂੰ ਰੋਕ ਕੇ ਰੱਖਣਾ। ਕਿਉਂਕਿ ਜੇ ਤੁਸੀਂ ਨਹੀਂ ਰੋਕਦੇ ਹੈਗੇ ਉਹ ਨੈਗੇਟਿਵ ਥੋਟਸ ਵੱਧਦੇ ਰਹਿੰਦੇ ਆ। ਤੇ ਇਹਦੇ ਨਾਲ ਫਿਰ ਤੁਹਾਨੂੰ ਐਂਗਜ਼ਾਇਟੀ ਵੀ ਹੋ ਸਕਦੀ ਜਾਂ ਪੈਨਿਕ ਅਟੈਕਸ ਵੀ ਹੋ ਸਕਦੇ ਆ, ਤੇ ਹੋਰ ਕੋਈ ਇਦਾਂ ਦੀ ਨਰਵਸ ਸਿਸਟਮ ਦੀ ਬਿਮਾਰੀ ਵੱਧ ਸਕਦੀ ਹੈ ਡੈਫੀਨਿਟਲੀ। ਤੇ ਇਹ ਤੁਹਾਡਾ ਬ੍ਰੇਨ ਟ੍ਰੇਨਿੰਗ ਆ। ਫੋਰ ਐਗਜ਼ਾਮਪਲ ਤੁਹਾਨੂੰ ਕੋਈ ਨਾ ਕੋਈ ਗਲਤ ਸੋਚ ਆਉਂਦਾ ਰਹਿੰਦਾ ਹੈ, ਤੁਸੀਂ ਉਹਨੂੰ ਉਸ ਵੇਲੇ ਰੋਕ ਦਿਆ ਕਰੋ। ਹਾਂਜੀ, ਜੇ ਤੁਸੀਂ ਰੋਕਦੇ ਆ ਫਿਰ ਤੁਹਾਡਾ ਬ੍ਰੇਨ ਜਿਹੜਾ ਉਹ ਗਿੱਝ ਜਾਂਦਾ ਹੈ, ਟ੍ਰੇਨਿੰਗ ਹੋ ਜਾਂਦੀ ਵੀ ਨਹੀਂ ਇਦਾਂ ਦੀ ਸੋਚ ਮੈਂ ਨਹੀਂ ਆਉਣ ਦੇਣੀ ਹੈਗੀ। ਹਾਂਜੀ, ਜੇ ਤੁਸੀਂ ਉਹਨੂੰ ਇਦਾਂ ਉੱਤੇ ਧਿਆਨ ਰੱਖਦੇ ਨੈਗੇਟਿਵ ਚੀਜ਼ਾਂ ਤੇ, ਉਹ ਵੱਧਦੇ ਰਹਿੰਦੇ ਆ, ਉਹ ਤੁਹਾਨੂੰ ਟੇਕ ਓਵਰ ਕਰ ਲੈਂਦੇ ਆ। ਹਾਂਜੀ, ਤੁਹਾਡੇ ਉਹ ਪ੍ਰਭਾਵ ਪਾਉਂਦੇ ਆਪਣਾ ਨੈਗੇਟਿਵ ਥੋਟਸ, ਤੇ ਤੁਸੀਂ ਬਿਲਕੁਲ ਨੈਗੇਟਿਵਿਟੀ ਵਿੱਚ ਚਲ ਜਾਂਦੇ ਹੋ। ਸੋ ਵੈਰੀ ਬੈਡ ਚੀਜ਼ ਹੈ। ਡਾਕਟਰ ਸਾਹਿਬ ਇੱਕ ਹੋਰ ਕਈ ਕੇਸਿਸ ਹੁੰਦੇ ਨੇ, ਜਿੱਦਾਂ ਮੈਂ ਜੇ ਗੱਲ ਕਰਾਂ, ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜਦੋਂ ਤੁਸੀਂ ਬੁੱਕ ਪੜ੍ਹਨ ਲੱਗਦੇ ਹੋ, ਫਸਟ ਪੈਰਾਗ੍ਰਾਫ ਤੁਸੀਂ ਪੜ੍ਹੀ ਜਾ ਰਹੇ ਹੋ, ਤੁਸੀਂ ਹੌਲੀ ਹੌਲੀ ਤੁਹਾਡਾ ਦਿਮਾਗ ਕਿਤੇ ਹੋਰ ਚਲੇ ਜਾਂਦਾ। ਇਹ ਬੜੇ ਚੀਜ਼ਾਂ 'ਚ ਇੱਦਾਂ ਹੁੰਦਾ, ਉਹਨੂੰ ਦਿਮਾਗ ਨੂੰ ਵਾਪਸ ਲੈ ਕੇ ਆਉਣਾ ਪੈਂਦਾ ਆ। ਇਹ ਕੋਈ ਪ੍ਰੋਬਲਮ ਹੈ ਕਿ ਇਜ਼ ਇਟ ਦ ਬ੍ਰੇਨ ਇਜ਼ ਵੈਰੀ ਐਕਟਿਵ? ਨਹੀਂ, ਬਸ ਇਹ ਕੁਦਰਤੀ ਚੀਜ਼ ਹੈ ਭਾਜੀ। ਸਾਡਾ ਬ੍ਰੇਨ ਜਿਹੜਾ ਹੈਗਾ ਇਦਾਂ ਦਾ ਹੀ ਆ। ਇਹਨੂੰ ਕਈ ਤਾਂ ਮੰਕੀ ਮਾਈਂਡ ਕਹਿੰਦੇ ਆ ਨਾ, ਤੇ ਇਹ ਬਾਂਦਰ ਵਰਗਾ ਆਇਆ ਹੈ। ਹਾਂਜੀ, ਟੱਪੀ ਜਾਣਾ, ਕਦੇ ਕਿਤੇ ਪਹੁੰਚ ਜਾਣਾ, ਕਦੇ ਕਿਤੇ ਪਹੁੰਚ ਜਾਣਾ। ਤੇ ਹਾਂ, ਇਹ ਕੁਦਰਤੀ ਚੀਜ਼ ਆ, ਪਰ ਇਹ ਟ੍ਰੇਨ ਕਰਨਾ ਪੈਂਦਾ ਵੀ ਤੁਸੀਂ ਜਿੱਥੇ ਧਿਆਨ ਰੱਖਦੇ ਕਿ ਉੱਥੇ ਹੀ ਰਹੇ। ਹਾਂਜੀ, ਪਰ ਇਜ਼ਨਟ ਦੈਟ ਸੋ ਬੈਟਰ ਦੈਨ ਹੈਵਿੰਗ ਅ ਡਲ ਬ੍ਰੇਨ? ਐਲਿਸ ਦੌੜਿਆ ਭੱਜਿਆ ਫਿਰਦਾ, ਤੁਹਾਨੂੰ ਪਤਾ ਕਿ ਕੰਮ ਤੇ ਕਰ ਰਿਹਾ ਨਾ ਸਾਰੇ ਪਾਸੇ। ਨਹੀਂ, ਪਰ ਫਿਰ ਤੁਸੀਂ ਗਲਤ ਚੀਜ਼ਾਂ ਵੱਲ ਧਿਆਨ ਤੁਹਾਡੇ ਜਾਂਦਾ ਰਹਿੰਦਾ ਨਾ, ਪਰ ਪੋਜ਼ਿਟਿਵ ਡਾਕਟਰ ਚੀਜ਼ਾਂ ਸਾਹਿਬ ਵੱਲ ਘੱਟ ਜਾਂਦਾ। ਅੱਜ ਜੇ ਮੈਂ ਸਮਰਾਈਜ਼ ਕਰਾਂ, ਸਾਡੇ ਸ਼ੋਅ ਨੂੰ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ। ਆਈ ਡੋਂਟ ਨੋ ਤੁਸੀਂ ਇਹਦੇ ਵਿੱਚ ਕਿਹੜਾ ਨਿਚੋੜ ਕੱਢੋਗੇ। ਜੋ ਮੇਰੇ ਦਿਮਾਗ 'ਚ ਆਉਂਦਾ ਪਿਆ ਨਾ, ਇੱਕ ਖਾਲੀ ਮਕਾਨ ਹੁੰਦਾ, ਬੰਦ ਹੋ ਜੇ, ਉੱਥੇ ਕਬੂਤਰ ਬੈਠਣੇ ਸ਼ੁਰੂ ਹੋ ਜਾਣਗੇ ਤੇ ਜਾਲਾ ਲੱਗ ਜਾਏਗਾ ਮਕਾਨ ਨੂੰ। ਉਹ ਇਹ ਦਿਮਾਗ ਵੀ ਉਹੀ ਚੀਜ਼ ਹੈਗੀ ਹੈ ਕਿ ਇਹਨੂੰ ਇਸਤੇਮਾਲ ਕਰੋ, ਬਸ ਮੇਕ ਯੂਜ਼ ਆਫ ਹਾਂਜੀ, ਦੈਟ। ਜਿਸ ਤਰ੍ਹਾਂ ਵੀ ਕਰ ਸਕਦੇ ਹੋ ਉਹਨੂੰ ਬਿਜ਼ੀ ਰੱਖੋ ਤਾਂ ਕਿ ਉਹਨੂੰ ਜੰਗਾਲ ਨਾ ਲੱਗੇ ਜਾਂ ਉਹ ਰਸਟ ਨਾ ਹੋਵੇ। ਨਾਟ ਲਿਟਰਲੀ ਰਸਟ ਹੁੰਦਾ ਜਾਂ ਜੰਗਾਲ ਲੱਗਦਾ, ਮੇਰੇ ਕਹਿਣ ਦਾ ਇੱਕ ਐਕਸਪਲੇਨ ਕਰਨ ਦਾ ਮਤਲਬ ਹੈ। ਤੁਸੀਂ ਤੁਹਾਡੇ ਕੀ ਵਿਚਾਰ ਹੈ ਇਹਦੇ ਬਾਰੇ? ਹਾਂਜੀ, ਤੁਹਾਡੀ ਗੱਲ ਇਹ ਸਹੀ ਆ ਭਾਜੀ। ਤੇ ਉਹ ਕਹਿੰਦੇ ਹੁੰਦੇ ਆ ਆਈਦਰ ਯੂਜ਼ ਇਟ ਔਰ ਲੂਜ਼ ਇਟ। ਹਾਂਜੀ, ਜੇ ਤੁਸੀਂ ਚੀਜ਼ ਨੂੰ ਵਰਤਦੇ ਨਹੀਂ ਹੈਗੇ, ਉਹ ਤੁਹਾਡੇ ਕਿਸੇ ਕੰਮ ਨਹੀਂ ਆਉਣੀ ਹੈਗੀ, ਉਹ ਰੱਦੀ ਹੋ ਜਾਂਦੀ ਚੀਜ਼। ਹਾਂਜੀ, ਜੇ ਤੁਸੀਂ ਉਹਨੂੰ ਵਰਤੀ ਜਾਂਦੇ ਆ ਤਾਂ ਉਹ ਸਮਝ ਕੇ ਵਧੀਆ ਹੋਈ ਜਾਂਦੀ ਹੈ। ਹਾਂਜੀ, ਤੇ ਜਿੰਨਾ ਤੁਸੀਂ ਬ੍ਰੇਨ ਨੂੰ ਵਰਤੋਗੇ ਉਨਾ ਹੀ ਉਹ ਕਲੈਵਰ ਹੋਊਗਾ, ਤੇਜ਼ ਚੱਲੇਗਾ। ਜੇ ਤੁਸੀਂ ਨਹੀਂ ਵਰਤਦੇ ਹੈਗੇ ਤਾਂ ਉਹ ਸਲੋ ਹੋ ਜਾਣਾ। ਤੇ ਹੈਗਾ ਇਹ ਕਿ ਜਿੱਦਾਂ ਤੁਸੀਂ ਕਹਿੰਦੇ ਕਿ ਰਸਟ ਜਾਂ ਜੰਗ ਲੱਗਦਾ ਆ ਕਿਸੇ ਚੀਜ਼ ਨੂੰ, ਉਹੀ ਗੱਲ ਆ। ਡਾਕਟਰ ਸਾਹਿਬ ਬੜੀ ਫਨੀ ਗੱਲ ਹੈ, ਇੱਕ ਜੋਕ ਹੈ, ਆਈ ਡੋਂਟ ਨੋ, ਮਾਫੀ ਚਾਹਾਂਗਾ ਅਗਰ ਬੁਰਾ ਤੁਹਾਨੂੰ ਲੱਗੇ। ਦੋ ਬ੍ਰੇਨ ਫੋਰ ਸੇਲ ਹੁੰਦੇ ਨੇ, ਤੇ ਇੱਕ ਬ੍ਰੇਨ ਦਾ ਜਦੋਂ ਵੇਚਦੇ ਉਹਦੀ 100 ਰੁਪਇਆ ਕੀਮਤ ਹੁੰਦੀ ਹੈ, ਤੇ ਇੱਕ ਦੀ 10,000 ਹੁੰਦੀ ਹੈ। ਤੇ ਉਹ ਬੰਦਾ ਪੁੱਛਦਾ ਕਿ ਯਾਰ ਇੱਕ 100 ਤੇ ਇੱਕ 10,000 ਬੜਾ ਫਰਕ ਕਿਉਂ ਆ?
ਕਹਿੰਦਾ ਜਿਹੜਾ 10,000 ਵਾਲਾ ਉਹ ਯੂਜ਼ ਨਹੀਂ ਕੀਤਾ ਹੈ, ਉਹ ਏਦਾਂ ਹੀ ਨਵਾਂ ਹੀ ਪਿਆ ਆ। ਹਾਂਜੀ ਹਾਂਜੀ ਲੋਕਾਂ ਨੇ ਹਾਂ ਬੜੀਆਂ ਗੱਲਾਂ ਬਣਾਈਆਂ ਹੋਈਆਂ, ਲੇਕਿਨ ਹਮ, ਇਹਦੇ 'ਚ ਵੀ ਇੱਕ ਹਕੀਕਤ ਹੈ ਕਿ ਇਹ ਜੋਕ ਤਾਂ ਜੋਕ ਜ਼ਰੂਰ ਹੈਗਾ, ਹਮ, ਲੇਕਿਨ ਬ੍ਰੇਨ ਨੂੰ ਯੂਜ਼ ਕਰੋ ਓਨੈਸਟਲੀ। ਜਿਹੜਾ ਵੀ ਬੋਡੀ ਦਾ ਪਾਰਟ ਹੈਗਾ, ਕਿਸੇ ਭਾਜੀ ਜਿੱਦਾਂ ਜੋੜਾਂ ਹੋਏ, ਤੁਹਾਡੇ ਲੱਤਾਂ ਹੋਈਆਂ, ਤੁਹਾਡੇ ਗੋਡੇ ਬਾਹਾਂ ਹਮ, ਹੋਈਆਂ, ਉਹਨਾਂ ਨੂੰ ਮੂਵਮੈਂਟ ਤਾਂ ਕਰਨੀ ਪੈਂਦੀ ਹੈ ਟੂ ਮੇਕ ਦਮ ਹਾਂ ਫੰਕਸ਼ਨ ਹਾਂ 올 ਦਾ ਟਾਈਮ। ਇਸੇ ਤਰ੍ਹਾਂ ਸਾਡਾ ਐਗਜ਼ੈਕਟਲੀ ਹਾਰਟ ਹੋਇਆ, ਸਾਡੇ ਲਿਵਰ ਹੋਇਆ, ਬ੍ਰੇਨ ਹੋਇਆ, ਹਰ ਚੀਜ਼ਾਂ ਦੀ ਕੋਈ ਚੀਜ਼ ਹੁੰਦੀ ਹੈ ਜਿਹਨੂੰ ਤੁਹਾਨੂੰ ਐਕਸਰਸਾਈਜ਼ ਕਰਨੀ ਪੈਂਦੀ ਹੈ। ਕਰਨੀ ਪੈਂਦੀ ਹੈ ਭਾਜੀ, that's right। ਸੋ ਏਦਾਂ ਹੀ ਜਿੱਦਾਂ ਕਿ ਤੁਹਾਡੇ ਜੋੜ ਜੇ ਸਟਿਫ ਹੋ ਜਾਂਦੇ ਆ ਤੇ ਤੁਸੀਂ ਬਿਲਕੁਲ ਨਹੀਂ ਮੂਵ ਕਰਦੇ, ਨਹੀਂ ਕਿ ਮੇਰੇ ਦਰਦ ਹੋਣਾ ਜੇ ਮੈਂ ਮੂਵ ਹੋਇਆ ਹਨਾ, ਉਹ ਸਮਝ ਕੇ ਹੋਰ ਸਟਿਫ ਹੋ ਜਾਂਦੇ ਆ। ਤੇ ਹੁਣ ਕਈ ਕੇਸ ਐਲੋਪੈਥਸ ਨੇ ਵੀ ਇਦਾਂ ਦੇ ਫਾਈਂਡ ਆਊਟ ਕੀਤੇ, ਉਹਦੀ ਰਿਸਰਚ ਕੀਤੀ ਆ। ਤੇ ਜਿਹੜੇ ਲੋਕੀ ਬਹੁਤ ਪੇਨ ਕਿਲਰਸ ਖਾਂਦੇ ਸੀਗੇ, ਤੇ ਉਹ ਕਹਿੰਦੇ ਜੇ ਅਸੀਂ ਤੁਰਦੇ ਹਾਂ ਤਾਂ ਸਾਡੇ ਬਹੁਤ ਦਰਦ ਹੁੰਦਾ ਹੈ, ਉਹ ਫਿਰ ਤੁਰਦੇ ਨਾ ਸੀਗੇ, ਪੇਨ ਕਿਲਰਸ ਖਾਈ ਜਾਣੇ ਖਾਈ ਜਾਣੇ। ਉਹਨੇ ਫਿਰ ਉਹਨਾਂ ਨੂੰ ਲਾਤਾ ਐਕਸਰਸਾਈਜ਼ ਕਰਨ। ਹੂੰ ਉਹ ਹੂੰ ਹੂੰ ਮਰੀਜ਼ ਪੇਸ਼ੈਂਟ ਜਿਹੜੇ ਐਕਸਰਸਾਈਜ਼ ਕਰਨ ਲੱਗ ਪਏ ਤੇ ਉਹਨਾਂ ਦਾ ਜਿਹੜੇ ਪੇਨ ਕਿਲਰਸ ਤੇ ਡਿਪੈਂਡੈਂਸੀ ਸੀ ਉਹ ਬਿਲਕੁਲ ਖਤਮ ਹੋ ਗਈ। ਉਹ ਪੇਨ ਕਿਲਰਸ ਦੀ ਉਹਨਾਂ ਨੂੰ ਬਾਹਲੀ ਲੋੜ ਹੀ ਨਹੀਂ ਪਈ, ਕਿਉਂਕਿ ਜੋਇੰਟਸ ਥੋੜੇ ਹੋਰ ਫਲੈਕਸੀਬਲ ਹੋਣ ਲੱਗ ਪਏ ਤੇ ਪੇਨ ਘਟ ਗਿਆ। ਤੇ ਇਦਾਂ ਹੈਗਾ ਵੀ ਉਹ ਸਾਈਕੋਲੋਜੀਕਲ ਡਿਪੈਂਡੈਂਸੀ ਵੀ ਹੋ ਜਾਂਦੀ ਹੈ ਦਵਾਈਆਂ ਦੀ। ਹਾਂਜੀ, ਤੁਹਾਡਾ ਦਿਮਾਗ ਕਹਿੰਦਾ ਇਹ ਮੈਨੂੰ ਦਵਾਈ ਜ਼ਰੂਰੀ ਹੈ, ਪੇਨ ਕਿਲਰ ਜ਼ਰੂਰੀ ਹੈ, ਤੋਂ ਬਿਨਾਂ ਮੈਂ ਜੀ ਨਹੀਂ ਸਕਦਾ ਹਨਾ। ਤੇ ਉਹ ਸਿਰਫ ਫਿਜ਼ੀਕਲ ਡਿਪੈਂਡੈਂਸੀ ਨਹੀਂ ਹੈ ਕਿ ਸਿਰਫ ਬੋਡੀ ਤੇ ਅਸਰ ਨਹੀਂ ਹੁੰਦਾ, ਉਹ ਦਿਮਾਗ ਤੇ ਵੀ ਤੁਹਾਡੀ ਸਾਈਕੋਲੋਜੀਕਲੀ ਵੀ ਅਸਰ ਹੁੰਦਾ ਹੈ। ਤੇ ਇਸ ਪੇਨ ਕਿਲਰ ਦੀ ਮੈਨੂੰ ਜ਼ਰੂਰਤ ਹੈਗੀ ਆ। ਸੋ ਉਹਨੇ ਇਹ ਦੇਖਿਆ ਵੀ ਲੋਕਾਂ ਨੂੰ ਜਦੋਂ ਉਹਦੀ ਐਕਸਰਸਾਈਜ਼ ਕਰਨ ਲੱਗਦਾ ਤੇ ਉਹ ਪੇਨ ਕਿਲਰ ਆਪਣੇ ਬਹੁਤ ਘਟਾ ਸਕੇ ਜਾਂ ਉਹਨਾਂ ਪੇਨ ਕਿਲਰ ਬੰਦ ਕਰ ਸਕੇ। ਡਾਕਟਰ ਸਾਹਿਬ, ਤੁਸੀਂ ਬੜੀ ਅੱਛੀ ਗੱਲ ਕਹੀ ਕਿ ਤੁਸੀਂ ਨਾ ਆਪਣੇ ਜਿੱਦਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਕੁਛ ਵੀ ਤਰ੍ਹਾਂ, ਤੁਸੀਂ ਫਟਾਫਟ ਪੇਨ ਕਿਲਰ ਵੱਲ ਦੌੜਦੇ ਹੋ। ਤੁਸੀਂ ਆਪਣੇ ਬ੍ਰੇਨ ਨੂੰ ਟ੍ਰੇਨ ਕਰੋ, ਪੇਨ ਨੂੰ ਉਹਨੂੰ ਐਕਸੈਪਟ ਕਰਨ ਦੀ ਕਿ ਕਿੰਨਾ ਕੁ ਤੁਸੀਂ ਸਹਾਰ ਸਕਦੇ ਹੋ, ਇੰਸਟੈਡ ਆਫ ਗੋਇੰਗ ਫॉर ਦੀ ਆਪਸ਼ਨ ਕਿ ਮੈਂ ਪੇਨ ਕਿਲਰ ਖਾ ਲਾਂ। ਉਹ ਵੀ ਤੇ ਕਾਫੀ ਸੈਂਸੀਬਲ ਚੀਜ਼ ਹੈ ਕਿ ਅਗਰ ਤੁਸੀਂ ਇਹ ਅਡਾਪਟ ਕਰ ਲਓ ਨया ਸਿਸਟਮ। ਹਾਂਜੀ, ਦੈਟਸ ਰਾਈਟ। ਹਰ ਵੇਲੇ ਪਹਿਲੇ ਪੇਨ ਕਿਲਰ ਤੇ ਨਹੀਂ ਲੱਗਣਾ ਚਾਹੀਦਾ। ਤੁਸੀਂ ਕੋਈ ਉੱਥੇ ਜੋੜ ਦੀ ਮਾਲਿਸ਼ ਕਰਕੇ ਦੇਖ ਲਓ ਜੇ ਮਾਈਲਡ ਪੇਨ ਹੈ, ਹਾਂਜੀ, ਜਾਂ ਉਹਦੀ ਥੋੜੀ ਐਕਸਰਸਾਈਜ਼ ਕਰਕੇ ਦੇਖ ਲਓ, ਕੁਛ ਨਾ ਕੁਛ ਟਰਾਈ ਕਰੋ। ਤੇ ਏਦਾਂ ਨਹੀਂ ਹੈਗਾ ਵੀ ਹਰ ਵੇਲੇ ਤੁਸੀਂ ਪੇਨ ਕਿਲਰ ਤੇ ਡਿਪੈਂਡ ਕਰੋ। ਤੇ ਹਾਂਜੀ, ਮੈਂ ਭੁੱਲ ਗਿਆ ਕੀ ਕਹਿਣਾ ਸੀ ਐਕਚੁਅਲੀ। ਕੋਈ ਨਹੀਂ ਡਾਕਟਰ ਸਾਹਿਬ, ਜਿਹੜਾ ਮੈਂ ਥੋੜ੍ਹਾ ਜਿਹਾ ਹੋਰ ਦਿਮਾਗ 'ਚ ਆ ਰਹੀ ਕੋਈ ਗੱਲਾਂ, ਇਹ ਵੀ ਚੱਲਣਾ ਸ਼ੁਰੂ ਹੋਇਆ ਥੋੜ੍ਹਾ ਥੋੜ੍ਹਾ। ਜਿਹੜੀ ਨੀਂਦ ਹੈਗੀ ਤੁਹਾਡੀ, ਰਾਤ ਨੂੰ ਤੁਸੀਂ ਕਿੰਨੇ ਘੰਟੇ ਸੌਂਦੇ ਹੋ, ਉਹਦੇ ਨਾਲ ਕੁਛ ਇਫੈਕਟ ਹੁੰਦਾ ਬ੍ਰੇਨ ਨੂੰ? ਘੱਟ ਸੌਣ ਨਾਲ ਜਾਂ ਜ਼ਿਆਦਾ ਸੌਣ ਨਾਲ ਕਿਹੜੀ ਚੀਜ਼ ਜ਼ਿਆਦਾ ਡੈਮੇਜ ਕਰਦਾ ਬ੍ਰੇਨ ਨੂੰ? ਨੀਂਦ ਭਾਜੀ ਜ਼ਰੂਰੀ ਆ। ਕਈਆਂ ਨੂੰ ਵੱਧ ਨੀਂਦ ਚਾਹੀਦੀ, ਕਈਆਂ ਨੂੰ ਘੱਟ ਚਾਹੀਦੀ ਆ। ਉਹਨਾਂ ਦੀ ਬੋਡੀ ਆਪਣੇ ਆਪ ਦੱਸਦੀ ਆ। ਜਦੋਂ ਉੱਠਦੇ ਆ ਉਹ ਫਰੈਸ਼ ਹੋਣਾ ਚਾਹੀਦਾ ਹੈ ਜੀ। ਜਦੋਂ ਤੁਸੀਂ ਫਰੈਸ਼ ਹੁੰਦੇ ਆ ਸਵੇਰ ਨੂੰ ਉੱਠਦੇ, ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਇਨਫ ਨੀਂਦ ਤੁਹਾਨੂੰ ਆਈ ਸੀ ਤੇ ਡੂੰਘੀ ਨੀਂਦ ਆਈ ਸੀ, ਜਿਹਦੇ ਨਾਲ ਤੁਸੀਂ ਫਰੈਸ਼ ਫੀਲ ਕਰਨ ਲੱਗ ਪਏ। ਹਾਂਜੀ, ਜੇ ਤੁਸੀਂ ਸਵੇਰ ਨੂੰ ਉੱਠਦੇ ਆ ਤਾਂ ਤੁਸੀਂ ਫਰੈਸ਼ ਨਹੀਂ ਫੀਲ ਕਰਦੇ, ਸਿਰ ਜਿਹਾ ਦੁਖਦਾ ਜਾਂ ਸਰੀਰ ਜਿਹਾ ਟੁੱਟਦਾ ਆ, ਤਾਂ ਤੁਹਾਨੂੰ ਪਤਾ ਵੀ ਤੁਹਾਡੀ ਕੋਈ ਨੀਂਦ ਪੂਰੀ ਨਹੀਂ ਹੋਈ। ਹਾਂਜੀ, ਸੋ ਹਰੇਕ ਦਾ ਕਿਸੇ ਨੂੰ 6 ਘੰਟੇ ਚਾਹੀਦੇ, ਕਿਸੇ ਨੂੰ 4 ਘੰਟੇ ਚਾਹੀਦੇ ਆ, ਕਿਸੇ ਨੂੰ 8 ਘੰਟੇ ਚਾਹੀਦੇ ਆ। ਹਾਂਜੀ, ਸੋ ਹਰੇਕ ਹੀ ਅਲੱਗ ਅਲੱਗ ਉਹਨਾਂ ਦੀ ਲੋੜਾਂ ਹੈ। ਭਾਜੀ ਬੜਾ ਇੰਟਰਸਟਿੰਗ ਹੈ ਕਿ ਇਹ ਜਿਹੜਾ ਇੱਕ ਨਾ ਹੁਣ ਜਦੋਂ ਤੁਸੀਂ ਸੌਂਦੇ ਹੋ, ਤੁਹਾਨੂੰ ਕੌਣ ਸੌਣ ਦਿੰਦਾ? ਤੁਹਾਡਾ ਬ੍ਰੇਨ ਹੀ ਤੁਹਾਨੂੰ ਟੀਚ ਕਰਦਾ ਕਿ ਹਾਂ, ਉਹ ਤੁਹਾਨੂੰ ਰਿਲੈਕਸ ਕਰ ਦਿੰਦਾ, ਤੁਸੀਂ ਉਹ ਮੋਡ 'ਚ ਚਲੇ ਜਾਂਦੇ ਹੋ, ਐਰੋਪਲੇਨ ਮੋਡ ਕਹਿ ਲਓ, ਜੋ ਮਰਜ਼ੀ ਤੁਸੀਂ ਕਹਿ ਲਓ। ਕਈ ਦਫਾ ਤੁਹਾਨੂੰ ਉਹ ਸੌਣ ਨਹੀਂ ਦਿੰਦਾ, ਤੇ ਉਹ ਇਹ ਵੀ ਕਿਉਂ ਤਕਲੀਫ ਹੁੰਦੀ ਹੈ ਲੋਕਾਂ ਨੂੰ ਕਿ ਨੀਂਦਰ ਦੀ ਬੜੀ ਪ੍ਰੋਬਲਮ ਹੈਗੀ ਹੈ? ਮੈਨੂੰ ਲੱਗਦਾ ਸ਼ਾਇਦ ਉਹਨਾਂ ਦੀ ਡਾਕਟਰ ਜੀ ਦੀ ਵੌਇਸ ਚਲੇ ਗਈ। ਕੋਸ਼ਿਸ਼ ਕਰਦੇ ਹਾਂ ਵਾਪਸ ਲੈ ਕੇ ਆਉਣ ਦੀ। ਮੇਰਾ ਸਵਾਲ ਸੀਗਾ ਬੜਾ ਠੀਕ ਹੈ, ਇਹ ਵੀ ਜ਼ਰਾ ਸੈਂਸੀਬਲ ਲੱਗਾ ਕਿ ਬੜੇ ਲੋਕ ਜਦੋਂ ਮੈਂ ਗੱਲ ਕੀਤੀ ਸੀਗੀ ਕਿ ਅਸੀਂ ਬੜੀ ਫਟਾਫਟ ਟ੍ਰੈਂਕੁਲਾਈਜ਼ਰ 'ਤੇ ਚਲੇ ਜਾਂਦੇ ਹਾਂ ਕਿਉਂਕਿ ਅਸੀਂ ਲੋਕਾਂ ਨੂੰ ਕਹਿੰਦੇ ਨੇ ਸਾਡਾ ਬ੍ਰੇਨ ਮੈਨੂੰ ਸੌਣ ਨਹੀਂ ਦਿੰਦਾ, ਮੈਨੂੰ ਇਹ ਨਹੀਂ ਕਰਨ ਦਿੰਦਾ। ਤੇ ਹਾਂਜੀ ਡਾਕਟਰ ਸਾਹਿਬ, ਹਾਂਜੀ, ਥੋੜੀ ਸੋ ਆਵਾਜ਼, ਤੁਹਾਨੂੰ ਮੇਰਾ ਸਵਾਲ ਪਤਾ ਲੱਗ ਗਿਆ ਸੀ ਨਾ ਥੋੜਾ ਜਿਹਾ? ਹਾਂਜੀ, ਤੁਸੀਂ ਕੀ ਕਹਿ ਰਹੇ ਸੀ ਜੀ? ਹਾਂਜੀ, ਕੀ ਸੀ ਕੁਝ ਸਵਾਲ ਤੁਹਾਡਾ? ਅੱਛਾ ਚਲੋ, ਮੈਂ ਉਹਦੀ ਉਹ ਗੱਲ ਕਰਦਾ ਸੀਗਾ ਕਿ ਜਿਹੜਾ ਹੁਣ ਰਾਤ ਨੂੰ ਤੁਸੀਂ ਸੌਣ ਦੀ ਕੋਸ਼ਿਸ਼ ਕਰਦੇ ਹੋ, ਦ ਹਾਂ ਹਾਂ ਬ੍ਰੇਨਸ ਟੈਲਸ ਯੂਰ ਬੋਡੀ ਕਿ ਹਾਂ ਤੂੰ ਹੁਣ ਸੌ ਸਕਦਾ, ਉਹਨੂੰ
ਐਰੋਪਲੇਨ ਮੋਡ 'ਚ ਜਾਂ ਉਹਨੂੰ ਤੁਸੀਂ ਸਾਇਲੈਂਟ ਮੋਡ 'ਚ ਕਹਿ ਦਿਓ, ਤੁਹਾਨੂੰ ਉਹ ਸੌਣ ਦਿੰਦਾ ਆ। ਕਈ ਦਫਾ ਹਾਂਜੀ ਬ੍ਰੇਨ ਹਾਂਜੀ ਹੁੰਦਾ ਉਹ ਬਹੁਤ ਐਕਟਿਵ ਹੁੰਦਾ, ਤੁਹਾਨੂੰ ਸੌਣ ਨਹੀਂ ਦਿੰਦਾ। ਇਹ ਵੀ ਕੋਈ ਤਰ੍ਹਾਂ ਦੀ ਬਿਮਾਰੀ ਹੈਗੀ ਹੈ? ਕਿਉਂਕਿ ਇਹਦੇ ਨਾਲ ਬਿਮਾਰੀਆਂ ਵੀ ਬੜੀਆਂ ਵੱਧਦੀਆਂ, ਕਿਉਂਕਿ ਅੱਛੀ ਨੀਂਦਰ ਨਹੀਂ ਆਈ ਰਾਤ ਨੂੰ। ਹਾਂ ਹਾਂ। ਸੋ ਇਹ ਆਪਣਾ ਰਿਵਾਜ ਬਣ ਚੁੱਕਾ ਵੀ ਆਪਾਂ ਛੋਟੀ ਛੋਟੀ ਗੱਲ ਬਾਰੇ ਚਿੰਤਾ ਕਰੀ ਜਾਣੀ, ਟੈਨਸ਼ਨ ਲਈ ਜਾਣਾ, ਤੇ ਜਦੋਂ ਆਪਾਂ ਫਿਕਰ ਕਰੀ ਜਾਣੀ ਆ ਤਾਂ ਉਹ ਫਿਰ ਫਿਕਰ ਸਾਡੇ ਦਿਮਾਗ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਆ। ਤੇ ਫਿਰ ਅਸੀਂ ਜਦੋਂ ਬੈੱਡ ਵਿੱਚ ਪੈਂਦੇ ਹਾਂ ਕਿ ਉਹ ਬ੍ਰੇਨ ਰਿਲੈਕਸ ਨਹੀਂ ਹੁੰਦਾ ਹੈਗਾ। ਜੇ ਬ੍ਰੇਨ ਰਿਲੈਕਸ ਹੋਵੇ ਤਾਂ ਹੀ ਨੀਂਦ ਆਵੇ। ਹਾਂਜੀ। ਸੋ ਅਸੀਂ ਇਹ ਆਪਣੀ ਆਦਤਾਂ ਬਣਾ ਲਈਆਂ ਵੀ ਫਿਕਰ ਕਰੀ ਜਾਣਾ, ਫਿਕਰ ਕਰੀ ਜਾਣਾ। ਉਹ ਫਿਕਰ ਫਿਰ ਜਦ ਤੁਸੀਂ ਬੈੱਡ ਵਿੱਚ ਪੈਂਦੇ ਹੋ ਫਿਕਰ ਸਾਰੇ ਜਮ੍ਹਾਂ ਹੋ ਜਾਂਦੇ ਆ, ਤੇ ਫਿਰ ਤੁਹਾਨੂੰ ਰਿਲੈਕਸ ਨਹੀਂ ਹੁੰਦਾ ਬ੍ਰੇਨ ਤੇ ਨੀਂਦ ਨਹੀਂ ਆਉਂਦੀ ਹੈਗੀ। ਡਾਕਟਰ ਸਾਹਿਬ ਮੈਨੂੰ ਨਾ ਦੱਸੋ ਕਿ ਯੋਗਾ ਜੋ ਕਰਨਾ ਹੁੰਦਾ ਹੈ, ਉਹ ਕਿੰਨਾ ਕੁ ਇੰਪੋਰਟੈਂਟ ਹੈ, ਔਰ ਕੀ ਫਰਕ ਪੈਂਦਾ ਦਿਮਾਗ ਨੂੰ ਉਹਦੇ ਨਾਲ? ਹੋਰ ਤੇ ਉਹਦੇ ਬੜੇ ਫਾਇਦੇ ਹਾਂਜੀ ਹੈਗੇ ਨੇ, ਲੇਕਿਨ ਮੈਂ ਦਿਮਾਗ ਦੀ ਗੱਲ ਕਰਾਂਗਾ। ਹਾਂਜੀ। ਸੋ ਫਿਜ਼ੀਕਲੀ ਜਿਹੜੇ ਯੋਗਾ ਦੀ ਐਕਸਰਸਾਈਜ਼ ਆ ਉਹ ਬਹੁਤ ਵਧੀਆ ਹੈ, ਕਿਉਂਕਿ ਉਹ ਤੁਹਾਡੀ ਜੀਵਨ ਸ਼ਕਤੀ ਵਧਾਉਂਦੇ ਆ, ਹਾਂਜੀ, ਵਾਈਟੈਲਿਟੀ ਵਧਾਉਂਦੇ ਆ, ਤੇ ਹਰੇਕ ਆਰਗਨ ਵਿੱਚ ਉਹ ਖੂਨ ਜ਼ਿਆਦਾ ਪਹੁੰਚਾਉਂਦੇ ਆ, ਆਕਸੀਜਨ ਜ਼ਿਆਦਾ ਪਹੁੰਚਾਉਂਦੇ ਆ, ਤੇ ਇਹਦੇ ਨਾਲ ਤੁਹਾਡੇ ਆਰਗਨ ਜਿਹੜੇ ਹੈਲਥੀ ਰਹਿਣਗੇ। ਹੂੰ ਕਿ ਹੂੰ ਜੇ ਤੁਸੀਂ ਯੋਗਾ ਦੇ ਮੈਡੀਟੇਸ਼ਨ ਵੀ ਕਰਦੇ ਆ ਤਾਂ ਤੁਹਾਡਾ ਸਾਰੀ ਬੋਡੀ ਰਿਲੈਕਸ ਹੋ ਜਾਂਦੀ ਤੇ ਤੁਹਾਡਾ ਬ੍ਰੇਨ ਵੀ ਰਿਲੈਕਸ ਹੋ ਜਾਂਦਾ। ਹੂੰ। ਤੇ ਤੁਹਾਨੂੰ ਇਹ ਵੀ ਟ੍ਰੇਨਿੰਗ ਮਿਲਦੀ ਹੈ ਇਹ ਮੈਡੀਟੇਸ਼ਨ ਦੇ ਥਰੂ ਵੀ ਤੁਸੀਂ ਕਿੱਦਾਂ ਧਿਆਨ ਇੱਕ ਤਹਿ ਰੱਖਣਾ, ਜਿੱਦਾਂ ਤੁਸੀਂ ਕਹਿੰਦੇ ਸੀ ਕਿ ਮਾਈਂਡ ਕਦੇ ਇੱਧਰ ਦੌੜਦਾ ਕਦੇ ਇੱਧਰ ਦੌੜਦਾ। ਤੇ ਯੋਗਾ ਮੈਡੀਟੇਸ਼ਨ ਦਾ ਇਹੀ ਮਕਸਦ ਆ ਕਿ ਤੁਸੀਂ ਬ੍ਰੇਨ ਦੀ ਟ੍ਰੇਨਿੰਗ ਕਰਨੀ ਹੈ ਤੇ ਉਹਨੇ ਇੱਕ ਥਾਂ ਫੋਕਸ ਕਰਨਾ ਰਹੇ ਤੇ ਬਿਲਕੁਲ ਬ੍ਰੇਨ ਨੂੰ ਸ਼ਾਂਤ ਕਰਨਾ। ਸੋ ਡਾਕਟਰ ਇਹਦੇ ਸਾਹਿਬ ਬਹੁਤ ਹੀ ਮੇਰੇ ਪਾਸ ਹੋਰ ਸਵਾਲ ਹੈਗਾ, ਤੇ ਨਾਲ ਹੀ ਮੈਂ ਤੁਹਾਨੂੰ ਹੁਣੀ ਪੁੱਛਾਂਗਾ, ਲੇਕਿਨ ਟਾਈਮ ਬੜਾ ਥੋੜਾ ਰਹਿ ਗਿਆ। ਹੁਣੀ ਮੈਸੇਜ ਆਇਆ, ਕਿਸੇ ਨੇ ਪੁੱਛਿਆ ਕਿ ਉਹਨਾਂ ਦੇ ਦੋਨੇ ਮੋਢਿਆਂ ਦੇ ਵਿੱਚ ਦਰਦ ਹੁੰਦਾ ਹੈ, ਤੇ ਉਹ ਬਾਹਾਂ ਤੱਕ ਥੱਲੇ ਤੱਕ ਜਾਂਦਾ, ਉਹਦਾ ਕੀ ਕਾਰਨ ਹੋ ਸਕਦਾ? ਹਾਂਜੀ। ਸੋ ਇੱਕ ਹੋ ਸਕਦਾ ਕਿ ਫਰੋਜ਼ਨ ਸ਼ੋਲਡਰ, ਤੇ ਉਹ ਜਿਹੜੇ ਮਸਲ ਆ ਤੇ ਉਹਨਾਂ ਦਾ ਸਪੈਜ਼ਮ ਹੋ ਜਾਂਦਾ ਹੈ, ਤੇ ਉਹ ਫਿਰ ਨਾ ਬਾਂਹ ਤੱਕ ਨੂੰ ਚੁੱਕ ਸਕਦੇ ਆ। ਹਾਂਜੀ। ਤੇ ਬਾਕੀ ਹੋ ਸਕਦਾ ਵੀ ਜਿੱਦਾਂ ਆਪਾਂ ਕਿਹਾ ਵੀ ਹੈਗੇ ਟੌਕਸਿਨਸ ਉੱਥੇ ਜੋੜ ਵਿੱਚ ਜਮ੍ਹਾਂ ਹੋ ਜਾਂਦੇ ਜਾਂ ਮਸਲ ਵਿੱਚ ਜਮ੍ਹਾਂ ਹੋ ਜਾਂਦੇ ਆ, ਤੇ ਉੱਥੇ ਫਿਰ ਸੋਜ ਪੈਣ ਲੱਗ ਪੈਂਦੀ, ਇਨਫਲੇਮੇਸ਼ਨ ਹੋ ਜਾਂਦੀ ਆ। ਸੋ ਜਦੋਂ ਫਿਰ ਨਰਵਸ ਵਿੱਚ ਇਫੈਕਟ ਪੈ ਜਾਂਦਾ ਨਰਵਸ ਦਾ, ਤੇ ਉਹ ਪੇਨ ਬਾਂਹ ਦੇ ਥੱਲੇ ਨੂੰ ਵੀ ਜਾ ਸਕਦਾ ਹੈ। ਤੇ ਕਈਆਂ ਦੇ ਧੌਣ ਵਿੱਚ ਪ੍ਰੋਬਲਮ ਹੁੰਦਾ ਹੈ, ਉੱਥੇ ਨਰਵ ਟ੍ਰੈਪ ਹੋ ਜਾਂਦੀ ਹੈ, ਤੇ ਉਹ ਫਿਰ ਮੁੰਡਿਆਂ ਵਿੱਚ ਪੇਨ ਆਉਂਦਾ ਹੈ ਧੌਣ ਤੋਂ ਜਦੋਂ ਨਰਵ ਟ੍ਰੈਪ ਹੋ ਜਾਂਦੀ ਹੈ। ਇਹ ਵਜ੍ਹਾ ਜੀ। ਤੇ ਡਾਕਟਰ ਸਾਹਿਬ ਇਹਦਾ ਕੀ ਹਾਂਜੀ। ਪਹਿਲੇ ਸੋ ਤੇ ਜੇ ਸਟਾਰਟ ਕਿਉਂ ਹੁੰਦੀ ਹੈ? ਵਾਟਸ ਰੀਜ਼ਨ ਕਿਉਂ ਸਟਾਰਟ ਹੋਇਆ ਕਿ ਮੁੰਡਿਆਂ ਤੋਂ ਸਟਾਰਟ ਹੋ ਕੇ, ਜਾਂ ਜਿੱਦਾਂ ਤੁਸੀਂ ਕਿਹਾ ਕਿ ਨੈਕ ਦੀ ਜਿਹੜੀ ਕੋਈ ਟ੍ਰੈਪ ਹੋ ਸਕਦੀ ਨਰਵ, ਉਹਦੇ ਨਾਲ ਵੀ ਹੋ ਸਕਦੀ ਹੈ ਕਿ ਕੁਝ ਹੋਰ ਹੋ ਸਕਦਾ ਇਹਦਾ? ਇਹ ਮੇਨ ਕਾਜ਼ਸ ਇਹੀ ਹੋ ਸਕਦੇ ਆ, ਪਰ ਜਦ ਤੱਕ ਤੁਸੀਂ ਇਨਵੈਸਟੀਗੇਸ਼ਨਸ ਨਹੀਂ ਕਰਦੇ ਹੈਗੇ ਉੱਥੇ ਤੁਹਾਨੂੰ ਐਗਜ਼ੈਕਟ ਕਾਜ਼ ਨਹੀਂ ਪਤਾ ਲੱਗਣਾ ਹੈਗਾ। ਹਾਂਜੀ। ਜਾਂ ਐਕਸ-ਰੇ ਕਰਾਉਣੇ ਜ਼ਰੂਰੀ ਹੁੰਦੇ ਆ, ਕਿਉਂਕਿ ਇਹ ਜਿਹੜਾ ਨਰਵ ਟ੍ਰੈਪ ਧੌਣ ਵਿੱਚ ਹੋਈ ਹੋਵੇ ਇਹ ਟੈਨਸ਼ਨਾਂ ਹੁੰਦੀ ਜ਼ਿਆਦਾ। ਜਦੋਂ ਅਸੀਂ ਟੈਨਸ਼ਨ ਲੈਂਦੇ ਹਾਂ ਪਹਿਲਾਂ ਧੌਣ ਵਿੱਚ ਜਾਂ ਮੁੰਡਿਆਂ ਵਿੱਚ ਟੈਨਸ਼ਨ ਸਾਡੇ ਜ਼ਿਆਦਾ ਹੁੰਦਾ ਹੈ, ਤੇ ਇਹ ਤੁਸੀਂ ਆਸਟੀਓਪੈਥ ਜਾਂ ਕਾਇਰੋਪ੍ਰੈਕਟਰ ਕੋਲ ਜਾ ਸਕਦੇ ਆ, ਇਹ ਉਹ ਮੈਨੀਪੂਲੇਟ ਕਰਕੇ ਤੁਹਾਡੀ ਨਰਵ ਜਿਹੜੀ ਆ ਰਿਲੀਜ਼ ਕਰ ਸਕਦਾ ਹੈ। ਬਾਕੀ ਮੈਂ ਚਾਹਾਂਗਾ ਕਿ ਤੁਹਾਨੂੰ ਮੈਂ ਪਹਿਲਾਂ ਵੀ ਸ਼ੋਅ ਦੇ ਸਟਾਰਟ ਕਿਹਾ ਸੀਗਾ, ਜੋ ਟੈਲੀਫੋਨ ਨੰਬਰ ਤੁਹਾਨੂੰ ਦਿੱਤਾ ਗਿਆ, ਪਲੀਜ਼ ਤੁਸੀਂ ਡਾਕਟਰ ਨੂੰ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਕਾਲ ਕਰਿਓ, ਤੇ ਆਮ ਸ਼ੋਰ ਡਾਕਟਰ ਜੀ ਨੀਡ ਟੂ ਨੋ ਲੋਟ ਮੋਰ ਕੁਐਸਚਨਸ ਬਿਫੋਰ ਤੁਹਾਨੂੰ ਡਾਇਗਨੋਸ ਕਰਕੇ ਕੁਛ ਨਾ ਕੁਛ ਪ੍ਰਸਕ੍ਰਾਈਬ ਕਰ ਸਕਣ ਨੂੰ। ਤੇ ਜੀ ਡਾਕਟਰ ਸਾਹਿਬ ਵਾਪਸ ਅਸੀਂ ਕਰਦੇ ਹਾਂ ਹੁਣ ਉਹਦੇ ਬ੍ਰੇਨ ਦੇ ਉੱਪਰ, ਥੋੜਾ ਬਹੁਤਾ ਟਾਈਮ ਬੜਾ ਘੱਟ ਰਹਿ ਗਿਆ, ਹੋਰ ਕੀ ਕਹਿਣਾ ਚਾਹੋਗੇ ਤੁਸੀਂ? ਤੇ ਹੋਰ ਇਹੀ ਹੈ ਭਾਜੀ ਵੀ ਤੁਸੀਂ ਆਪਣਾ ਸਲਾਹ ਤਾਂ ਇਹੀ ਹੈ ਦਰਸ਼ਕਾਂ ਨੂੰ ਵੀ ਹਰੇਕ ਨੂੰ ਡਜ਼ਨਟ ਮੈਟਰ ਤੁਹਾਡੀ ਉਮਰ ਕਿੰਨੀ ਹੈ, ਫਿਰ ਵੀ ਤੁਸੀਂ ਕੋਈ ਨਾ ਕੋਈ ਨਵਾਂ ਕੰਮ ਸਿੱਖ ਸਕਦੇ ਆ। ਹਾਂਜੀ। ਸੋ ਜਿੱਦਾਂ ਮੈਂ ਕਿਹਾ ਵੀ ਤੁਸੀਂ ਹੁਣ ਇਸ ਵੇਲੇ ਕਰੋਨਾ ਕਰਕੇ ਸਾਰੇ ਬਜ਼ੁਰਗ ਘਰ ਬੈਠੇ ਆ, ਤੇ ਤੁਸੀਂ ਕੋਈ ਨਾ ਕੋਈ ਆਪਣਾ ਜਿਗਸੌ ਪਜ਼ਲ ਮੰਗਾ ਲਓ। ਹਾਂਜੀ। ਜਿਗਸੌ ਪਜ਼ਲ ਬਣਾਈ ਜਾਓ, ਤੇ ਇਹਦੇ ਨਾਲ ਵੀ ਤੁਹਾਡਾ ਬ੍ਰੇਨ ਐਕਟਿਵ ਰਹੇਗਾ। ਹਾਂਜੀ। ਜਾਂ ਤੁਸੀਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਬਾਜਾ ਵਗੈਰਾ ਤੁਸੀਂ ਥੋੜਾ ਬਹੁਤ ਵਜਾਉਣਾ ਸਿੱਖੋ। ਹਾਂਜੀ। ਤੇ ਜਿੱਦਾਂ ਤੁਸੀਂ ਕੋਈ ਨਾ ਕੋਈ ਨਵਾਂ ਚੀਜ਼ ਸਿੱਖੋ ਜਾਣੀ ਕਿ, ਹਾਂਜੀ, ਤੇ ਉਹਦੇ ਨਾਲ ਤੁਹਾਡਾ ਬ੍ਰੇਨ ਜ਼ਿਆਦਾ ਐਕਟਿਵ ਰਹੇਗਾ। ਡਾਕਟਰ ਸਾਹਿਬ ਇੱਕ ਹੋਰ ਕੁਐਸਚਨ ਹੈਗਾ, ਟਾਈਮ ਬੜੀ ਫਾਸਟ ਜਾ ਰਿਹਾ, ਟਾਈਮ ਤੇ ਆਪਣੇ ਰਫਤਾਰ ਤੇ ਜਾ ਹੀ ਜਾਣਾ, ਅਸੀਂ ਕੋਸ਼ਿਸ਼ ਕਰਾਂਗੇ, ਪਕੜ ਤਾਂ ਕਦੀ ਨਹੀਂ ਪਾਵਾਂਗੇ, ਲੇਕਿਨ ਕੋਸ਼ਿਸ਼ ਕਰਦੇ ਹਾਂ ਨਾਲ ਦੇ ਨਾਲ ਟਾਈਮ ਦੇ ਚੱਲੀਏ। ਡਾਕਟਰ ਸਾਹਿਬ ਇੱਕ ਆਰਡੀਨਰੀ ਹੈਡੇਕ ਹੋਈ, ਇੱਕ ਮਾਈਗ੍ਰੇਨ ਹੋਈ, ਇਹ ਕਿਉਂ ਹੁੰਦੀ ਹੈ? ਵਾਟ ਡਜ਼ ਦੈਟ ਹੈਪਨ? ਕਿ ਬ੍ਰੇਨ ਨੂੰ ਕੀ ਹੁੰਦਾ ਕਿ ਉਹਨਾਂ ਨੂੰ ਇਹ ਪੇਨ ਹੁੰਦੀ ਹੈ? ਸੋ ਕਈ ਤਰ੍ਹਾਂ ਦਾ ਹੈਡੇਕ ਹੁੰਦਾ ਭਾਜੀ, ਖਾਸ ਕਰਕੇ ਟੈਨਸ਼ਨ ਹੈਡੇਕ ਜ਼ਿਆਦਾ ਹੁੰਦੇ ਆ,
ਜਦੋਂ ਸਟ੍ਰੈਸ ਹੁੰਦੀ ਤੁਹਾਡਾ ਸਿਰ ਦੁਖਦਾ ਹੀ ਦੁਖਦਾ, ਹਾਂਜੀ। ਜਾਂ ਤੁਸੀਂ ਕੋਈ ਗਲਤ ਚੀਜ਼ ਖਾ ਲਈ, ਪੀ ਲਈ, ਜਿਹੜੀ ਤੁਹਾਡੀ ਬੋਡੀ ਲਈ ਚੰਗੀ ਨਹੀਂ ਹੈਗੀ, ਜਾਂ ਤੁਸੀਂ ਐਲਰਜੀਕ ਹੋ ਉਸ ਚੀਜ਼ ਤੋਂ, ਹਾਂਜੀ। ਸੋ ਕਈਆਂ ਨੂੰ ਆ ਚੀਜ਼ ਤੋਂ ਬਹੁਤ ਹੈਡੇਕ, ਮਾਈਗ੍ਰੇਨ ਹੋ ਜਾਂਦੇ ਆ, ਤੇ ਤੁਹਾਡੀ ਬੋਡੀ ਚੱਲਦੀ ਨਹੀਂ ਉਸ ਚੀਜ਼ ਨੂੰ, ਐਲਰਜਿਕ ਰਿਐਕਸ਼ਨ ਟਾਈਪ ਹੁੰਦਾ ਹੈ, ਤੇ ਸਿਰ ਜ਼ਰੂਰ ਦੁਖਦਾ ਹੈ। ਤੇ ਜਾਂ ਫਿਰ ਤੁਹਾਡਾ ਕੋਈ ਆਰਗਨ ਹੋਰ ਨਹੀਂ ਸਹੀ ਕੰਮ ਰਿਹਾ, ਯਾਨੀ ਕਿ ਤੁਹਾਡਾ ਹਾਜ਼ਮੇ 'ਚ ਨੁਕਸ ਆ, ਤੁਸੀਂ ਆਪਣੇ ਫੂਡ ਨੂੰ ਡਾਈਜੈਸਟ ਨਹੀਂ ਕਰ ਰਹੇ, ਤੁਹਾਡਾ ਲਿਵਰ ਪੂਰਾ ਫੰਕਸ਼ਨ ਨਹੀਂ ਕਰਦਾ ਹੈਗਾ, ਉਹ ਫਿਰ ਤੁਹਾਡੇ ਟੌਕਸਿਨਸ ਬੋਡੀ ਦੇ ਅੰਦਰ ਹੀ ਰਹਿੰਦੇ ਆ, ਤੇ ਟੌਕਸਿਨਸ ਦੇ ਨਾਲ ਤੁਹਾਡਾ ਸਿਰ ਜ਼ਰੂਰ ਦੁਖੇਗਾ। ਭਾਜੀ ਵਾਈ ਡੂ ਪੀਪਲ ਇਮੀਡੀਏਟਲੀ, ਤੁਸੀਂ ਹੁਣ ਦੱਸਿਆ ਸੁਣਨ 'ਚ ਆਇਆ ਕਿ ਜਿਹੜਾ ਕਈ ਲੋਕਾਂ ਨੂੰ ਕੋਈ ਫੂਡ ਹੁੰਦਾ ਨਹੀਂ ਸੂਟ ਕਰਦਾ, ਉਹਦੇ ਨਾਲ ਹੈਡੇਕ ਹੁੰਦੀ ਹੈ। ਜੇ ਮੈਂ ਗੱਲ ਕਰਾਂ ਚਾਕਲੇਟ ਦੀ, ਆਈ ਡੋਂਟ ਨੋ ਹਾਊ ਮਚ ਇਟਸ ਆਮ ਰਾਈਟ ਟੂ ਸੇ ਦੈਟ, ਕਈ ਇੱਦਾਂ ਦੀ ਚੀਜ਼ਾਂ ਹੈਗੀਆਂ ਕਿ ਜੋ ਤੁਹਾਨੂੰ ਟ੍ਰਿਗਰ ਕਰਦੀ ਹੈਡੇਕ, ਇਜ਼ ਦੈਟ ਰਾਈਟ? ਬਿਲਕੁਲ ਟਰੂ ਹੈ ਭਾਜੀ, ਬਹੁਤ ਸਾਰੇ ਲੋਕਾਂ ਨੂੰ ਚਾਕਲੇਟ ਤੋਂ ਹੈਡੇਕ ਹੁੰਦਾ ਹੈ, ਤੇ ਕਈਆਂ ਨੂੰ ਹੋਰ ਕੋਈ ਚੀਜ਼ ਵੀ ਹੋ ਸਕਦੀ ਹੈ। ਇਹ ਆਲ ਡਿਪੈਂਡਸ ਔਨ ਇੰਡੀਵਿਜੂਅਲ, ਹਾਂਜੀ। ਕਈਆਂ ਨੂੰ ਦੁੱਧ ਵਾਲੀਆਂ ਚੀਜ਼ਾਂ ਤੋਂ, ਬਾਈ ਤੋਂ, ਪੰਜਾਬੀ 'ਚ ਬਾਈ ਕਹੀ ਦਾ, ਦੁੱਧ ਵਾਲੀਆਂ ਚੀਜ਼ਾਂ ਖਾਣ ਨਾਲ ਉਹਨਾਂ ਦਾ ਸਿਰ ਦੁਖ ਪੈਂਦਾ, ਜਾਂ ਉਹਨਾਂ ਦਾ ਮੂੰਹ ਸੁੱਜ ਜਾਂਦਾ ਹੈ, ਅੱਖਾਂ ਸੁੱਜ ਜਾਂਦੀਆਂ। ਸੋ ਇਹ ਫੂਡਸ ਜਿਹੜੇ ਬਹੁਤ ਇੰਪੋਰਟੈਂਟ ਆ, ਤੇ ਹਰੇਕ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਕਿ ਜਦੋਂ ਮੇਰੇ ਇਸ ਕੋਈ ਸਿੰਪਟਮ ਹੁੰਦੇ ਆ, ਤੇ ਮੈਂ ਕੀ ਖਾਧਾ ਸੀ, ਹਾਂਜੀ। ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਫੂਡ ਆਈਟਮ ਜਿਹੜਾ ਇਹ ਮੈਨੂੰ ਸੂਟ ਨਹੀਂ ਕਰਦਾ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਬਹੁਤ ਅੱਛਾ ਲੱਗਿਆ ਅੱਜ ਬ੍ਰੇਨ ਬਾਰੇ ਗੱਲ ਕੀਤੀ। ਅਨਦਰ ਆਰਗਨ ਇਨ ਯੂਰ ਬੋਡੀ ਜੋ ਫੰਕਸ਼ਨ ਕਰਦਾ ਗ੍ਰੇਟ, ਹਾਰਟ ਦਾ ਆਪਣਾ ਕੰਮ, ਕਿਡਨੀ ਦਾ, ਲਿਵਰ ਦਾ ਆਪਣਾ, ਲੇਕਿਨ ਬ੍ਰੇਨ ਸਾਰਾ ਕੁਝ ਚਲਾਉਂਦਾ ਤੁਹਾਡੇ ਬੋਡੀ ਦੇ ਵਿੱਚ। ਡਾਕਟਰ ਸਾਹਿਬ ਇਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਅੱਛੇ ਲੱਗਦੇ ਨੇ, ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ, ਸਪੈਸ਼ਲੀ ਜਦੋਂ ਤੁਸੀਂ ਡਾਇਗਰਾਮ ਦੇ ਨਾਲ ਤੁਸੀਂ ਐਕਸਪਲੇਨ ਕਰਦੇ ਹੋ, ਤੁਸੀਂ ਸ਼ੋਅ ਕਰਦੇ ਹੋ, ਤੇ ਬਹੁਤ ਅੱਛਾ ਲੱਗਦਾ, ਲੋਕੀ ਜ਼ਿਆਦਾ ਅੰਡਰਸਟੈਂਡ ਕਰਦੇ ਨੇ। ਪੀਪਲ ਇੰਜੋਏ ਮੋਰ ਵਿਦ ਦਾ ਡਾਇਗਰਾਮ ਐਕਚੁਅਲੀ ਟੂ ਸੀ ਵਾਟ ਦਾ ਬ੍ਰੇਨ ਲੁਕਸ ਲਾਈਕ, ਜਦੋਂ ਸ਼ਰਿੰਕ ਹੋ ਗਿਆ ਕਿੱਦਾਂ ਦਾ ਲੱਗਦਾ। ਮੈਂ ਫਿਰ ਰਿਪੀਟ ਕਰ ਦਵਾਂ, ਟੈਲੀਫੋਨ ਨੰਬਰ ਜੋ ਸਕਰੀਨ ਤੇ ਆ ਰਿਹਾ 0121551001 ਤੇ ਤੁਸੀਂ ਕਾਲ ਕਰੋ, ਸ਼ੋਅ ਦੇ ਦਰਮਿਆਨ ਕਰੋ ਜਾਂ ਤੁਸੀਂ ਬਾਅਦ 'ਚ ਕਰੋ। ਟੋਟਲ ਜਿਹੜੀ ਕਾਲ ਲੌਗ ਹੁੰਦੀ ਹੈ ਡਾਕਟਰ ਜੀ ਨੂੰ ਦਿੱਤੀ ਜਾਏਗੀ, ਡਾਕਟਰ ਜੀ ਪਹਿਲਾਂ ਦਿੰਦੇ ਸੀਗੇ, ਹੁਣ ਜਦੋਂ ਤੁਸੀਂ ਕਾਲ ਕਰਦੇ ਹੋ ਸਾਡੇ ਹੈੱਡ ਆਫਿਸ ਨੂੰ, ਉਹ ਤੁਹਾਨੂੰ ਨੰਬਰ ਦੇਣਗੇ ਤੇ ਤੁਸੀਂ ਡਾਕਟਰ ਜੀ ਨੂੰ ਕਾਲ ਕਰਨਾ ਮੰਡੇ, ਵੈਨਸਡੇ, ਫਰਾਈਡੇ। ਬੈਗ ਯੋਰ ਪਾਰਡਨ, ਡਾਕਟਰ ਜੀ ਨੂੰ ਕਾਲ ਨਹੀਂ ਦਿੱਤੀ ਜਾਏਗੀ, ਯੂ ਹੈਵ ਟੂ ਕਾਲ ਦਮ ਬੈਕ। ਨੈਕਸਟ ਵੀਕ ਸੇਮ ਟਾਈਮ ਤੇ ਫਿਰ ਮੁਲਾਕਾਤ ਹੋਏਗੀ, ਤਬ ਤੱਕ ਰੱਬ ਰੱਖਾ ਜੀ, ਸਤਿ ਸ਼੍ਰੀ ਅਕਾਲ।